ਆਮ ਲਾਈਕ ਕਿ ਤੁਸੀਂ ਬਿਲੀਵ ਨਹੀਂ ਕਰੋਗੇ, ਮੈਨੂੰ ਪਤਾ, ਤਾਂ ਹੀ ਆਹ ਚੀਜ਼ ਮੈਂ ਕਿਸੇ ਨੂੰ ਦੱਸੀ ਵੀ ਹੈ ਨਹੀਂ, ਬਟ ਫਿਰ ਵੀ ਮੈਂ ਆਈ ਕੈਨ ਸਵੇਅਰ ਔਨ ਗੋਡ, ਮੈਂ ਸਹੁੰ ਖਾ ਕੇ ਦੱਸ ਸਕਦਾ ਇਹ ਸੱਚੀ ਹੋਇਆ। ਤੇ ਮੈਂ ਬੱਚਾ ਸੀਗਾ, ਠੀਕ ਹੈ, ਅਭੀ ਨਹੀਂ ਕਿ ਮੈਂ ਭਰਮ 'ਚ ਨਹੀਂ ਸੀਗਾ, ਮੈਂ ਨੀਂਦ 'ਚ ਨਹੀਂ ਸੀਗਾ, ਮੈਂ ਲਿਟਰਲੀ ਜਾਗ ਰਿਹਾ ਸੀਗਾ, ਮੈਂ ਸੁਪਨੇ 'ਚ ਨਹੀਂ ਸੀਗਾ, ਇਹ ਲਿਟਰਲੀ ਹੋਇਆ। ਮੈਂ ਆਪਦਾ ਸਿਰ ਉੱਪਰ ਚੱਕਿਆ ਤੇ ਮੈਨੂੰ ਦਰਵਾਜ਼ੇ ਤੇ 2 ਪਰਛਾਵੇਂ ਦਿਖੇ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਰਮਨਪ੍ਰੀਤ ਸਿੰਘ ਜੇਰ ਵਜਨ ਸੋ ਹਾਜ਼ਰ ਹੋਇਆ ਤੁਹਾਡੇ ਅੱਗੇ ਇੱਕ ਨਵਾਂ ਪੋਡਕਾਸਟ ਲੈ ਕੇ। ਤੇ ਜਿਹੜਾ ਅੱਜ ਦਾ ਪੋਡਕਾਸਟ ਆ ਬਈ ਬੜਾ ਹੀ ਘੈਂਟ ਟੌਪਿਕ ਆ, ਫਿਟਨੈਸ ਦੇ ਉੱਤੇ ਟੌਪਿਕ ਹੋਣ ਲੱਗਿਆ। ਅੱਜ ਸਾਡੇ ਨਾਲ ਨੇ ਸਾਹਿਲ ਦੁੱਗਾ ਬਾਈ, ਤੇ ਬਾਈ ਇੰਟਰਨੈਸ਼ਨਲੀ ਸਰਟੀਫਾਈਡ ਨੇ ਤੇ ਪ੍ਰੋਪਰ ਟ੍ਰੇਨਿੰਗ ਪ੍ਰੋਵਾਈਡ ਕਰਦੇ ਨੇ ਚੰਡੀਗੜ੍ਹ ਦੇ ਵਿੱਚ, ਬਾਈ ਜਿਮ ਵੀ ਓਨ ਕਰਦੇ ਨੇ। ਸੋ ਅੱਜ ਸਾਡੇ ਨਾਲ ਨੇ ਸਾਹਿਲ ਦੁੱਗਾ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਬਹੁਤ ਜ਼ਿਆਦਾ ਮੈਨੂੰ ਓਪਰਚੁਨਿਟੀ ਦੇਣ ਲਈ ਤੇ ਬੁਲਾਉਣ ਲਈ ਉਰੇ। ਸੋ ਆਈ ਬਿਲੀਵ ਤੁਸੀਂ ਜੋ ਆ ਮੇਰੇ ਤੇ ਟਾਈਮ ਇਨਵੈਸਟ ਕਰ ਰਹੇ ਹੋ, ਮੈਂ ਇਹਦਾ ਪੂਰਾ ਵਰਥ ਦੇ ਕੇ ਜਾਵਾਂ ਤੁਹਾਨੂੰ ਤੇ ਪੂਰੀ ਆਡੀਅנס ਨੂੰ। ਸੋ ਲੈਟਸ ਗਿਵ ਅ ਗੁੱਡ ਟਾਈਮ। ਤੇ ਅਸੀਂ ਨਾ ਮਤਲਬ ਗੱਲਾਂ ਕਰਦੇ ਪਏ ਸੀ ਪਹਿਲਾਂ ਪੋਡਕਾਸਟ ਤੋਂ ਪਹਿਲਾਂ, ਤੇ ਬਾਈ ਨੇ ਨਾ ਮੈਨੂੰ ਕਿਹਾ ਕਿ ਤੁਸੀਂ ਨਾ ਮਤਲਬ ਖੁੱਲੇ ਖਾਤੇ ਜਿਹੜਾ ਮਰਜ਼ੀ ਮੈਨੂੰ ਸਵਾਲ ਪੁੱਛ ਲਓ ਫਿਟਨੈਸ ਦੇ ਰਿਲੇਟਿਡ, ਮੈਂ ਸਾਰਾ ਕੁਝ ਤੁਹਾਨੂੰ ਦੱਸਾਂਗੇ। ਫਿਟਨੈਸ ਦੀ ਤਾਂ ਗੱਲ ਕਰਾਂਗੇ ਤੁਹਾਡੀ ਸਾਰਿਆਂ ਦੀ ਨਾ ਰਿਕੁਆਇਰਮੈਂਟ ਬਹੁਤ ਸੀਗੀ ਕਿ ਹੌਰਰ ਸਟੋਰੀ ਲੈ ਕੇ ਆਓ, ਹੈ ਨਾ ਬਾਈ। ਉਹਨਾਂ ਨਾਲ ਗੱਲ ਚੱਲਦੀ ਸੀ, ਬਾਈ ਕਹਿੰਦਾ ਕਿ ਮੇਰੇ ਕੋਲ ਨਾ ਹੌਰਰ ਸਟੋਰੀ ਵੀ ਹੈਗੀ ਹੈ ਇੱਕ। ਸੋ ਆਪਾਂ ਸਟਾਰਟ ਹੌਰਰ ਸਟੋਰੀ ਤੋਂ ਕਰਾਂਗੇ ਤੇ ਐਂਡ ਆਪਾਂ ਫਿਟਨੈਸ ਤੇ ਕਰਾਂਗੇ। ਤੋ ਵੀਰੇ ਫਿਰ ਤੁਹਾਨੂੰ ਵੀ ਕਿਵੇਂ ਮੌਕਾ ਮਿਲਿਆ ਭੂਤਾਂ ਨਾਲ ਮਿਲਣ ਦਾ? ਹੈ ਦੇਖੋ ਜੀ, ਮੈਂ ਤਾਂ ਕਹਿੰਦਾ ਕਿਸੇ ਨੂੰ ਮੌਕਾ ਨਾ ਹੀ ਮਿਲੇ ਬਹੁਤ ਮਾੜਾ ਐਕਸਪੀਰੀਅੰਸ ਹੁੰਦਾ, ਤੇ ਜੋ ਉਸ ਤੋਂ ਬਾਅਦ ਜੋ ਟਰੋਮਾ ਦੇ ਕੇ ਜਾਂਦੀਆਂ ਨੇ ਨਾ ਉਹ ਚੀਜ਼ਾਂ, ਸੋ ਤੁਹਾਨੂੰ ਸਮਝ ਹੀ ਨਹੀਂ ਆਉਂਦਾ ਐਕਚੁਅਲੀ। ਦੇਖੋ ਹਰ ਇੱਕ ਬੰਦਾ ਸ਼ਾਇਦ ਇਸ ਚੀਜ਼ ਨਾਲ ਜਾਊਗਾ ਕਿ ਜਾਂ ਇਹ ਹੋਇਆ ਕਿ ਨਹੀਂ ਹੋਇਆ, ਬਿਕੋਜ਼ ਕਈ ਅੱਧੇ ਲੋਕ ਮੰਨਦੇ ਆ ਕਿ ਹੁੰਦੀਆਂ ਨੇ ਚੀਜ਼ਾਂ, ਅੱਧੇ ਮੰਨਦੇ ਆ ਕਿ ਹੈ ਨਹੀਂ। ਮੰਨ ਲਓ ਜੇ ਆਪਾਂ ਕਿਸੇ ਗੱਡੀ ਦੀ ਗੱਲ ਕਰੀਏ, ਹੈ ਨਾ, ਤਾਂ ਦਿਖਦੀ ਆ ਸਾਰਿਆਂ ਨੂੰ ਵੀ ਹੈ ਤੇ ਉੱਤੇ ਫਿਰ ਯਕੀਨ ਵੀ ਕਰਦੇ ਆ ਲੋਕ। ਬਟ ਜੋ ਇਹ ਇੱਦਾਂ ਦੇ ਇਨਸੀਡੈਂਟ ਹੋ ਜਾਂਦੇ ਨੇ, ਉਹ ਦੇ ਆਰ ਲਾਈਕ ਕਿ ਯਾਰ ਜੇ ਕਿਸੇ ਨੂੰ ਦੱਸੀਏ ਵੀ ਤਾਂ ਅਗਲਾ ਮੰਨੂਗਾ ਹੀ ਨਹੀਂ, ਪਾਗਲ ਸਮਝਦਾ। ਸੋ ਮੈਕਸਿਮਮ ਟਾਈਮਸ ਜੇ ਕਿਸੇ ਨਾਲ ਹੋਇਆ ਵੀ ਹੁੰਦਾ ਨਾ, ਆਪਣੇ ਅੰਦਰ ਹੀ ਰੱਖ ਲੈਂਦਾ। ਬਿਲਕੁਲ ਸਹੀ, ਜਿਵੇਂ ਮੈਂ ਵੀ ਰੱਖਿਆ ਸੀਗਾ ਮੇਰੇ ਨਾਲ ਵੀ ਜੋ ਹੋਇਆ ਸੀਗਾ। ਸੋ ਬੇਸਿਕਲੀ ਇਹ ਮੇਰੇ ਘਰੇ ਹੀ ਹੋਇਆ ਸੀਗਾ ਮੈਨੂੰ ਲੱਗਦਾ ਘਰੇ ਜਾ ਕੇ ਮੰਮੀ ਡੈਡੀ ਛਿੱਤਰ ਮਾਰੂਗੇ ਚਲੋ ਫਿਰ ਵੀ। ਸੋ ਕੀ ਹੋਇਆ ਨਾ, ਲਾਈਕ ਕਾਫੀ ਪੁਰਾਣੀ ਗੱਲ ਹੈ, ਮੈਂ ਛੋਟਾ ਜਿਹਾ ਹੀ ਸੀਗਾ, ਆਈ ਬਿਲੀਵ ਮੈਂ ਸੀਗਾ, ਆਈ ਵਾਸ ਅਬਾਊਟ 13 ਜਾਂ 14 ਇੰਨੀ ਏਜ ਹੋਣੀ ਹੈ ਮੇਰੀ। ਬਟ ਇੰਨਾ ਕੁ ਸੀਗਾ ਵੀ ਜੇ ਕੁਝ ਦਿਖ ਰਿਹਾ, ਕੁਝ ਸੁਣ ਰਿਹਾ ਤਾਂ ਉਹ ਸਮਝ ਆ ਰਿਹਾ ਸੀਗਾ ਵੀ ਕੀ ਹੈ ਕੀ ਨਹੀਂ ਹੈ ਨਾ। ਸੋ ਕੀ ਹੋਇਆ ਸਾਡੇ ਨਾ, ਲਾਈਕ ਜਿਵੇਂ ਜੋ ਸਾਡਾ ਬੈਡਰੂਮ ਸੀਗਾ, ਸਾਡੇ ਬੈਡਰੂਮ ਤੋਂ ਇੱਕ ਬਾਹਰ ਜਿਵੇਂ ਡਰਾਇੰਗ ਰੂਮ ਹੁੰਦਾ ਹੈ ਨਾ। ਸੋ ਗਰਮੀਆਂ ਦੇ ਦਿਨ ਸੀਗੇ ਤੇ ਅਸੀਂ ਜੋ ਸੌਂਦੇ ਹੁੰਦੇ ਸੀ ਨਾ, ਅਸੀਂ ਦਰਵਾਜ਼ਾ ਖੁੱਲ੍ਹਾ ਹੀ ਛੱਡ ਕੇ ਸੌਂਦੇ ਹੁੰਦੇ ਸੀਗੇ। ਬਟ ਜੋ ਬਾਹਰਲਾ ਮੇਨ ਦਰਵਾਜ਼ਾ ਸੀਗਾ ਉੱਤੇ ਨਾ ਸਾਡੇ ਜਾਲੀ ਵਾਲਾ ਦਰਵਾਜ਼ਾ ਲੱਗਿਆ ਹੋਇਆ ਸੀਗਾ, ਹੈ ਨਾ, ਲੱਕੜ 'ਚ ਜਾਲੀਆਂ ਹੁੰਦੀਆਂ ਨੇ ਸਮਝਦੇ ਤੁਸੀਂ। ਸੋ ਉਹਨੂੰ ਅਸੀਂ ਲੌਕ ਕਰਕੇ ਤੇ ਅੰਦਰੋਂ ਘਰ ਦੇ ਦਰਵਾਜ਼ੇ ਅੰਦਰ ਜਿਵੇਂ ਬੈਡਰੂਮ ਦਾ ਹੋ ਗਿਆ ਸਮਥਿੰਗ, ਇੱਦਾਂ ਖੁੱਲ੍ਹੇ ਛੱਡ ਕੇ ਸੌਂਦੇ ਹੁੰਦੇ ਸੀਗੇ। ਤੇ ਇੱਦਾਂ ਹੀ ਮੈਂ ਛੋਟਾ ਸੀਗਾ ਤੇ ਓਬਵੀਅਸਲੀ ਮਮ ਡੈਡ ਦੇ ਨਾਲ ਹੀ ਸੌਂਦਾ ਹੁੰਦਾ ਸੀਗਾ, ਹੈ ਨਾ। ਸੋ ਕੀ ਹੋਇਆ ਇੱਕ ਦਿਨ, ਇੱਕ ਰਾਤ ਐਕਚੁਅਲੀ ਜਦੋਂ ਅਸੀਂ ਸੁੱਤੇ ਹੋਏ ਸੀਗੇ ਤੇ ਲਗਭਗ ਮੇਰੇ ਹਿਸਾਬ ਨਾਲ 3 ਵਜੇ ਦੇ ਆਸ-ਪਾਸ ਦਾ ਟਾਈਮ ਹੋਣਾ, ਜਸਟ ਅ ਗੈਸ, ਕਿਉਂਕਿ ਕਾਫੀ ਪੁਰਾਣੀ ਗੱਲ ਹੋ ਗਈ। ਸੋ ਉਸ 3 ਵਜੇ ਦੇ ਆਸ-ਪਾਸ ਨਾ ਮੇਰੀ ਇੱਕਦਮ ਨੀਂਦ ਖੁੱਲੀ। ਮਤਲਬ ਮੈਨੂੰ ਆਦਤ ਹੈ, ਮੈਂ ਉਲਟਾ ਸੌਂਦਾ ਹੁੰਦਾ ਸੀਗਾ, ਇੱਦਾਂ ਸਿਰ ਨੀਚੇ ਕਰਕੇ, ਤੇ ਮੇਰੀ ਨਾ ਨੀਂਦ ਖੁੱਲੀ ਤੇ ਮੈਂ ਇੱਦਾਂ ਇੱਕਦਮ ਸਿਰ ਉੱਪਰ ਚੱਕਿਆ ਬੈੱਡ ਤੋਂ, ਤੇ ਮੇਰੀ ਨਿਗਾਹ ਸਿੱਧਾ ਹੀ ਜੋ ਸਾਡਾ ਲਾਈਕ ਬੈਡਰੂਮ ਦਾ ਗੇਟ ਸੀਗਾ ਉੱਥੇ ਪਈ। ਤੇ ਮੈਨੂੰ ਓਕੇ, ਸੋ ਆਮ ਲਾਈਕ ਕਿ ਤੁਸੀਂ ਬਿਲੀਵ ਨਹੀਂ ਕਰੋਗੇ, ਮੈਨੂੰ ਪਤਾ, ਤਾਂ ਹੀ ਆਹ ਚੀਜ਼ ਮੈਂ ਕਿਸੇ ਨੂੰ ਦੱਸੀ ਵੀ ਹੈ ਨਹੀਂ, ਬਟ ਫਿਰ ਵੀ ਮੈਂ ਆਈ ਕੈਨ ਸਵੇਅਰ ਔਨ ਗੋਡ, ਮੈਂ ਸਹੁੰ ਖਾ ਕੇ ਦੱਸ ਸਕਦਾ ਇਹ ਸੱਚੀ ਹੋਇਆ। ਤੇ ਮੈਂ ਬੱਚਾ ਸੀਗਾ, ਠੀਕ ਹੈ, ਅਭੀ ਨਹੀਂ ਕਿ ਮੈਂ ਭਰਮ 'ਚ ਨਹੀਂ ਸੀਗਾ, ਮੈਂ ਨੀਂਦ 'ਚ ਨਹੀਂ ਸੀਗਾ, ਮੈਂ ਲਿਟਰਲੀ ਜਾਗ ਰਿਹਾ ਸੀਗਾ, ਮੈਂ ਸੁਪਨੇ 'ਚ ਨਹੀਂ ਸੀਗਾ, ਇਹ ਲਿਟਰਲੀ ਹੋਇਆ। ਮੈਂ ਆਪਦਾ ਸਿਰ ਉੱਪਰ ਚੱਕਿਆ ਤੇ ਮੈਨੂੰ ਦਰਵਾਜ਼ੇ ਤੇ 2 ਪਰਛਾਵੇਂ ਦਿਖੇ। ਅੱਛਾ, ਪੂਰੇ ਬਲੈਕ ਕਲਰ ਦੀਆਂ 2 ਸ਼ੈਡੋ, ਜਿਵੇਂ ਇੱਕ ਥੋੜਾ ਵੱਡੇ ਹਾਈਟ ਦਾ ਤੇ ਇੱਕ ਉਹਦੇ ਨਾਲ ਛੋਟੇ ਹਾਈਟ ਦਾ, ਇੱਦਾਂ, ਠੀਕ ਹੈ। ਐਂਡ ਲਿਟਰਲੀ ਉਹ 2 ਪਰਛਾਵੇਂ, ਓਕੇ, ਇੱਕ ਤਾਂ ਪਰਛਾਵਾਂ ਹੁੰਦਾ ਜਿਵੇਂ ਸ਼ੈਡੋ ਕੰਧ ਤੇ ਪੈ ਰਹੀ ਹੈ, ਉਹ ਚੀਜ਼ ਨਹੀਂ, ਲਾਈਕ ਲਿਟਰਲੀ ਕੋਈ ਖੜਾ ਹੋਇਆ। ਇਹ ਇਦਾਂ ਨਹੀਂ ਹੋਊਗਾ ਜਿਵੇਂ ਆਪਾਂ ਬੇਸਿਕਲੀ ਫਿਲਮਾਂ 'ਚ ਵੀ ਆਪਾਂ ਨੂੰ ਦਿਖਦਾ, ਹੈ ਨਾ, ਕਿਉਂਕਿ ਨਾ ਬੰਦੇ ਦਾ ਮਾਈਂਡ ਵੀ ਸੈੱਟ ਹੁੰਦਾ ਕਿਤੇ ਨਾ ਕਿਤੇ ਕਿ ਜਦੋਂ ਇਦਾਂ ਦਾ ਇਨਸੀਡੈਂਸ ਹੋਏ, ਯਾਰ ਉਹ ਉਦਾਂ ਦਾ ਚੀਜ਼ ਤਾਂ ਨਹੀਂ ਹੈਗੀ, ਹੈ ਨਾ, ਉਹ ਵੀ ਕਿਤੇ ਨਾ ਕਿਤੇ ਮੇਚਅਪ ਆਉਂਦੀ ਆ। ਮੈਂ ਤੁਹਾਨੂੰ ਦੱਸਦਾ ਇੱਕ ਚੀਜ਼, ਦੇਖੋ, ਇੱਕ ਤਾਂ ਮੈਂ ਵੈਸੇ ਹੀ ਛੋਟਾ ਜਿਹਾ ਸੀਗਾ ਉਸ ਟਾਈਮ ਤੇ ਮਤਲਬ ਫਿਲਮਾਂ ਐਡਾ ਕੁ ਬੱਚਾ ਕੀ ਇਹ ਸੋਚ ਲਏਗਾ, ਹੈ ਨਾ। ਬਾਕੀ ਦੇਖੋ ਕਿਉਂਕਿ ਬਹੁਤ ਪੁਰਾਣੀ ਗੱਲ ਹੈ, ਮੈਨੂੰ ਪਤਾ ਵੀ ਨਹੀਂ ਮੇਰੀ ਕਿਆ ਚੀਜ਼ ਜੋ ਵੀ, ਬਟ ਯਾਰ ਨਹੀਂ, ਮੈਂ ਨਹੀਂ ਕਹੂੰਗਾ, ਬਿਕੋਜ਼ ਮੈਂ ਪੂਰੇ ਹੋਸ਼ੋ ਹਵਾਸ 'ਚ ਸੀਗਾ। ਉਹ ਦੇ ਵਰ ਨਾਟ ਈਵਨ ਸ਼ੈਡੋਜ਼, ਉਹ ਸਿਰਫ ਸ਼ੈਡੋ ਵੀ ਨਹੀਂ ਸੀ, ਉਹ ਲਿਟਰਲੀ ਦੇ ਵਰ ਸਮਥਿੰਗ,
ਮਤਲਬ ਉਹਨਾਂ ਦੇ ਕੱਪੜੇ ਨਹੀਂ ਦਿਖ ਰਹੇ, ਉਹਨਾਂ ਦਾ ਫੇਸ ਨਹੀਂ ਦਿਖ ਰਿਹਾ, ਪ੍ਰੋਪਰ ਫੀਲ ਕਰ ਪਾ ਇਨਸਾਨ ਰਹੇ ਸੀ ਤੁਸੀਂ ਪ੍ਰੋਪਰ। ਮੈਂ ਦੇਖ ਪਾ ਰਿਹਾ ਸੀਗਾ ਹਾਂ। ਪ੍ਰੋਪਰ ਇਨਸਾਨੀ ਮਤਲਬ ਢਾਂਚੇ ਦੇ ਵਿੱਚ ਮੈਂ ਸਮਝ ਮੈਂ ਗਿਆ। 2 ਲੋਕ ਦੇਖੇ ਖੜੇ ਮੇਰੇ ਹਮ। ਦਰਵਾਜ਼ੇ ਵੱਲ, ਤੇ ਇਵਨ ਉਹ ਐਡਾ ਕਲੀਅਰ ਸੀਗਾ, ਮੈਨੂੰ ਆ ਸੀਗਾ ਜਿਵੇਂ ਨਾ ਮਤਲਬ ਪਰਛਾਵੇਂ ਚ ਆ ਨਹੀਂ ਦਿਖ ਰਿਹਾ ਸੀਗਾ ਫੇਸ ਨੈਨਕਸ ਵਗੈਰਾ ਕੁਝ ਵੀ ਨਹੀਂ, ਉਹਨਾਂ ਦਾ ਫੇਸ ਮੇਰੇ ਵੱਲ ਸੀਗਾ, ਮਤਲਬ ਸਾਡੇ ਵੱਲ ਸੀਗਾ ਅੰਦਰ ਨੂੰ, ਦੈਟ ਇਜ਼ ਉਹਨਾਂ ਦੀ ਬੈਕ ਦਰਵਾਜ਼ੇ ਵੱਲ ਸੀ, ਫੇਸ ਸਾਡੇ ਵੱਲ ਸੀ। ਐਂਡ ਮੈਂ ਡਰ ਗਿਆ ਆਬਵੀਅਸਲੀ, ਇੱਕ ਬੱਚਾ ਕੀ ਕਰੂਗਾ, ਡਰ ਕੁਝ Obvious ਆ। ਮੈਨੂੰ, ਕਿਉਂਕਿ ਮੈਨੂੰ ਪਤਾ ਅਸੀਂ ਸਾਰੇ ਦਰਵਾਜ਼ੇ ਲੌਕ ਕਰਕੇ ਸੌਂਦੇ ਆ ਵੀ ਕੋਈ ਅੰਦਰ ਕਿਵੇਂ ਆ ਗਿਆ, ਬਿਲਕੁਲ ਆ ਸਹੀ। ਚੀਜ਼ ਕਿਵੇਂ ਹੋ ਗਈ, ਤੇ ਮੈਂ ਡਰ ਗਿਆ, ਲਾਈਕ ਓ ਸ਼ਿਟ ਵੀ ਇਹ ਕੀ ਹੋ ਗਿਆ। ਫਿਰ ਕੀ ਹੋਇਆ, ਮੈਂ ਆਪਣੇ ਮੰਮਾ ਨੂੰ ਉਠਾਇਆ, ਮੈਂ ਮੰਮਾ ਨੂੰ ਤਾਂ ਕੋਈ ਨਹੀਂ, ਮੰਮਾ ਕੋਈ ਹੈਗਾ ਹਨਾ। ਸੋ ਓਕੇ, ਆਹ ਗੱਲ ਦਾ ਮੇਰੇ ਕੋਲ ਅੱਜ ਤੱਕ ਵੀ ਜਵਾਬ ਨਹੀਂ ਹੈਗਾ ਵੀ ਇਹ ਕੀ ਹੈ। ਬਿਲਕੁਲ ਸਹੀ, ਬਿਲਕੁਲ ਸਹੀ। ਐਂਡ ਅਗੇਨ ਮੈਂ ਬਾਰ-ਬਾਰ ਕਹਿ ਰਿਹਾ, ਮੈਂ ਸੁਪਨੇ 'ਚ ਨਹੀਂ ਸੀਗਾ, ਤੇ ਲਿਟਰਲੀ ਆ ਸੇਮ ਵਰਡਿੰਗ ਮੇਰੇ ਮੰਮਾ ਦੀ ਸੀਗੀ, ਠੀਕ ਹੈ। ਮੈਂ ਉਹਨਾਂ ਨੂੰ ਉਠਾਇਆ, ਮੈਂ ਕਿਹਾ ਮੰਮਾ ਕੋਈ ਹੈ। ਉਹ ਉੱਠੇ, ਮਤਲਬ ਬੈੱਡ ਤੇ ਹੀ ਸੀਗੇ, ਉਹਨਾਂ ਨੇ ਵੀ ਆਪਣੀ ਗਰਦਨ ਚੱਕੀ, ਉਹਨਾਂ ਨੇ ਐਡੀ ਗੱਲ ਕੀ, ਸ਼ਸ਼ ਭੱਜ ਜਾ। ਅੱਛਾ। ਦਿਸ ਇਜ਼ ਵਟ ਸ਼ੀ ਸੈਡ, ਉਹਨਾਂ ਨੇ ਲਿਟਰਲੀ ਆ ਵਰਡਿੰਗ ਕਹੀ, ਤੇ ਮੈਂ ਇੱਦਾਂ ਡਰ ਕੇ, ਮੈਂ ਤਾਂ ਨੀਚੇ ਨੂੰ ਮੂੰਹ ਕੀਤਾ ਹੋਇਆ ਸੀਗਾ, ਮੈਂ ਜਦ ਦੁਬਾਰਾ ਮੂੰਹ ਉੱਪਰ ਚੱਕਿਆ ਤੇ ਸਮਹਾਉ, ਮੈਨੂੰ ਨਹੀਂ ਪਤਾ ਕੀ ਹੈ, ਸਮਹਾਉ ਉਹ ਨਹੀਂ ਸੀਗੇ ਉੱਥੇ, they disappeared। now ਮੇਨ ਜੋ ਚੀਜ਼ ਟਵਿਸਟ। ਮੇਨ ਟਵਿਸਟ, ਹਾਂ। ਸੌਂ ਗਿਆ ਮੈਂ ਤਾਂ। ਫਿਰ ਉਸ ਤੋਂ ਬਾਅਦ ਜਦੋਂ ਮੈਂ ਸਵੇਰੇ ਉੱਠ ਕੇ ਪੁੱਛਿਆ ਮੰਮਾ ਨੂੰ ਕਿ ਕੀ ਸੀਗਾ ਰਾਤੀ, ਵਿਦ ਕੌਣ ਆ ਗਿਆ ਸੀਗਾ ਮੰਮਾ, ਤੇ ਵੀ ਤੁਸੀਂ ਇਦਾਂ ਕਿਹਾ ਤੇ ਉਹ ਭੱਜ ਗਏ, ਮੈਂ ਕਿਹਾ ਮੈਂ ਤਾਂ ਕੁਝ ਵੀ ਨਹੀਂ ਕਿਹਾ, ਮੈਂ ਤਾਂ ਇਹ ਤਾਂ ਕੋਈ ਗੱਲ ਹੀ ਨਹੀਂ ਹੋਈ। ਐਂਡ ਆਮ ਲਾਈਕ ਸੀਰੀਅਸਲੀ, ਮੈਂ ਕਿਹਾ ਯਾਰ ਨੀਂਦ 'ਚ ਬੰਦਾ ਇਦਾਂ ਕਹਿ ਸਕਦਾ ਆ ਕਿ ਬਈ ਚਲੋ ਇੱਦਾਂ ਦੀ ਆਵਾਜ਼ ਆ ਸਕਦੀ ਹੈ, ਮੰਨ ਲੈਂਦੇ ਆ ਸਮਹਾਉ, ਭੱਜ ਜੋ, ਜ਼ੋਰ ਲੱਗਦਾ ਬੋਲਣ ਲੱਗੇ। ਮਤਲਬ ਇਹ ਚੀਜ਼ ਨੂੰ ਤਾਂ ਜ਼ੋਰ ਲੱਗਦਾ ਨਾ, ਬੰਦਾ ਮਤਲਬ ਬੋਲਦਾ ਜਦੋਂ, ਇਹ ਨੀਂਦ 'ਚ ਕਿਵੇਂ ਬੋਲ ਸਕਦਾ ਕੋਈ। ਐਂਡ ਉਹ ਅੱਜ ਵੀ ਮੰਨਣ ਨੂੰ ਤਿਆਰ ਨਹੀਂ ਹੈ ਕਿ ਕੁਝ ਹੋਇਆ ਸੀਗਾ। ਵੀਰੇ ਫਿਰ ਕਿੰਨੇ ਕੁ ਦਿਨ ਨੀਂਦ ਨਹੀਂ ਉਸ ਤੋਂ ਬਾਅਦ, ਸੱਚੀ ਦੱਸਿਓ। ਉਹ ਯਾਦ ਆ ਜਾਂਦਾ ਤਾਂ ਮੈਨੂੰ ਅੱਜ ਵੀ ਨਹੀਂ ਆਉਂਦੀ, ਮੈਂ ਅੱਜ ਵੀ ਦਰਵਾਜ਼ੇ ਵੱਲ ਦੇਖਦਾ ਹੁੰਦਾ। ਕਰਦੇ ਕਹਿੰਦੇ ਹੁਣ ਤੂੰ ਸੁੱਤਾ ਪਿਆ ਗੱਲਾਂ ਕਰਦਾ ਤੇ ਅਰੇ ਮੈਂ ਦੱਸ ਰਿਹਾ ਰਮਨ ਬ్రో, ਬਿਲਕੁਲ ਮੈਂ ਨੀਂਦ 'ਚ ਨਹੀਂ ਸੀ। ਮੈਂ ਯਾਰ ਮੈਂ ਇਹ ਗੱਲ ਨਾ ਮੈਂ ਕਦੀ ਕਿਸੇ ਨਾਲ ਸ਼ੇਅਰ ਵੀ ਨਹੀਂ ਕੀਤੀ, ਇਸੇ ਚੀਜ਼ ਕਰਕੇ ਕਿਸੇ ਨੇ ਮੰਨਣੀ ਨਹੀਂ, ਪਰ ਮੈਂ ਲਿਟਰਲੀ ਉਹ ਫੀਲ ਕੀਤਾ। ਮੈਂ ਕਹਿੰਦਾ ਨਾ ਵੀ ਮੈਂ ਮਤਲਬ ਪੰਜਾਬ ਜੇ ਸੌਂ ਖਾ ਕੇ ਦੱਸ ਸਕਦਾ, ਮੈਂ ਦੇਖੇ ਆ ਵਰਡਿੰਗ ਮੰਮਾ ਦੀ ਸੀ, ਐਂਡ ਸਵੇਰੇ ਸ਼ੀ ਵਾਸ ਲਾਈਕ, ਮੈਂ ਤਾਂ ਕੁਝ ਵੀ ਨਹੀਂ ਕਿਹਾ, ਕੁਝ ਵੀ ਨਹੀਂ ਸੀ। ਤੇ ਮਤਲਬ ਤੁਸੀਂ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਯਾਰ ਕਿਸੇ ਨੂੰ ਪਤਾ ਲੱਗੇ? ਮੈਨੂੰ ਉਦੋਂ ਇੰਨਾ ਕੁ ਡਰ ਸੀਗਾ, ਆਮ ਲਾਈਕ ਯਾਰ ਚੱਲ ਠੀਕ ਹੈ, ਚੀਜ਼ਾਂ ਤੋਂ ਦੂਰ ਹੀ ਰਹੋ, ਕਿਉਂ ਛੇੜਨੀਆਂ ਗੱਲਾਂ, ਪਤਾ ਨਹੀਂ ਕੀ ਹੋ ਜੇ, ਵਟਐਵਰ ਹੈ ਨਾ, ਵੀ ਦੁਬਾਰਾ ਨਾ ਕੋਈ ਆ ਜੇ ਇਹ ਉਹ। ਸੋ ਆ ਸੀਗਾ ਕਿ ਛੋਟਾ ਜਿਹਾ ਕਿੱਸਾ। ਮਤਲਬ ਚੱਕਰ ਕੀ ਹੈ ਬਈ, ਇਹ ਨਾ ਤੁਹਾਡੀ ਡਿਮਾਂਡ ਸੀਗੀ ਕਿ ਇੱਕ ਹੌਰਰ ਨਾ ਸਟੋਰੀ ਆਣੀ ਚਾਹੀਦੀ, ਉਹਦੇ ਕਰਕੇ ਮੈਂ ਲੈ ਕੇ ਆਇਆ ਬਾਈ। ਉਦਾਂ ਫਿਟਨੈਸ ਦਾ ਪ੍ਰੋਪਰ ਨਾ ਆਪਾਂ ਗੱਲ ਕਰਾਂਗੇ ਫਿਟਨੈਸ ਬਾਰੇ, ਪਰ ਇਹ ਸਿਰਫ ਔਰ ਸਿਰਫ ਤੁਹਾਡੀ ਡਿਮਾਂਡ ਕਰਕੇ ਬਾਈ ਦੀ ਇੱਕ ਸਟੋਰੀ ਸੀ, ਤੇ ਬਣਾਈ ਨਹੀਂ ਗਈ। ਇਹ ਬਾਈ ਨਾਲ ਹੋਈ ਆ, ਜਿਸ ਹਿਸਾਬ ਨਾਲ ਬਾਈ ਤੁਹਾਡੇ ਨਾਲ ਗੱਲ ਕਰ ਰਿਹਾ, ਤੁਹਾਨੂੰ ਆਪ ਹੀ ਪਤਾ ਲੱਗਦਾ ਹੋਣਾ ਇਹ ਇੱਕ ਰੀਅਲ ਸਟੋਰੀ ਆ, ਹਨਾ। ਤੇ ਵੀਰੇ ਹੁਣ ਆਪਾਂ ਆ ਜਾਈਏ ਫਿਟਨੈਸ ਵੱਲ, ਰਾਈਟ। ਤੇ ਇਹਦੇ ਨਾਲ ਨਾ ਵੀਰੇ ਆਪਾਂ ਗੱਲ ਕਰਦੇ ਹਾਂ, ਜਿਵੇਂ ਆਪਾਂ ਭੂਤਾਂ ਦੀ ਗੱਲ ਕਰ ਰਹੇ ਨੇ, ਇੱਕ ਮਿਥ ਹੁੰਦੇ ਨੇ, ਜਿਵੇਂ ਆਪਾਂ ਮਿਥਸ ਤੇ ਆ ਜਾਈਏ ਫਿਟਨੈਸ ਦੇ ਵਿੱਚ ਵੀ, ਜਿਵੇਂ ਮਿਥ ਹੁੰਦੇ ਨੇ ਕਿ ਆਪਣਾ ਰੋਟੀ ਨਹੀਂ ਖਾਣੀ ਹੈਗੀ, ਆਟਾ ਨਾ ਕੋਚ ਬੰਦ ਕਰਾ ਦਿੰਦਾ ਵਾ ਤੇ ਬ੍ਰੈਡ ਖਵਾਉਣੀ ਸ਼ੁਰੂ ਕਰਾ ਦਿੰਦਾ, ਜਿਵੇਂ ਉਹ ਮੈਦਾ ਹੋ ਗਿਆ ਬੇਸਿਕਲੀ। ਤੇ ਇਹ ਕੀ ਸਿਸਟਮ ਹੁੰਦਾ ਫਿਰ? ਦੇਖੋ ਐਕਚੁਅਲੀ ਗੱਲ ਪਤਾ ਕੀ ਹੁੰਦੀ ਆ, ਜਿਵੇਂ ਜ਼ਿਆਦਾਤਰ ਆਪਾਂ ਵੀ ਨਾ ਸੁਣਦੇ ਹਾਂ ਵੀ ਇਹ ਖਾ ਲਾ ਉਹ ਬੰਦ, ਇਹ ਤਾਂ ਨੋਰਮਲ ਗੱਲ ਹੈ ਜੋ ਸਾਰਿਆਂ ਨੇ ਸੁਣੀ ਹੋਈ ਆ ਕਿ ਰੋਟੀ ਬੰਦ ਕਰਾਤੀ ਜੀ, ਪਹਿਲਾਂ ਰੋਟੀਆਂ ਛੱਡ ਦਿਓ, ਇਹ ਛੱਡ ਦਿਓ। ਤੇ ਇਹਦਾ ਰੀਜ਼ਨ ਕੀ ਹੁੰਦਾ ਆ, ਕਦੀ ਵੀ ਰੋਟੀ ਘਟਾਉਣ ਨਾਲ ਜਾਂ ਫਿਰ ਬੰਦ ਕਰਨ ਨਾਲ ਪਤਲਾ ਹੋ ਜਾਂਦਾ ਬੰਦਾ, ਇਹ ਜ਼ਰੂਰੀ ਨਹੀਂ ਹੈ, ਠੀਕ ਹੈ। ਇੱਕ ਚੀਜ਼ ਸਿੰਪਲ ਜੀ ਇੱਕ ਲੌਜਿਕ ਹੈ, ਸਿੰਪਲ ਜਿਹਾ ਲੌਜਿਕ ਹੈ। ਉਹ ਕੀ ਹੈ ਕਿ ਤੁਸੀਂ ਜ਼ਿਆਦਾ ਖਾਓਗੇ ਤਾਂ ਮੋਟੇ ਹੋ ਜਾਓਗੇ, ਘੱਟ ਖਾਓਗੇ ਤਾਂ ਪਤਲੇ ਹੋਵੋਗੇ, ਐਡੀ ਕੁ ਸਾਇੰਸ ਆ। ਹੁਣ ਹੁੰਦਾ ਕੀ ਹੈ, ਜਦੋਂ ਰੋਟੀ ਦੀ ਗੱਲ ਹੈ, ਰੋਟੀ ਹਰ ਘਰ 'ਚ ਅਲੱਗ ਬਣਦੀ ਆ, ਉਹਦਾ ਸਾਈਜ਼ ਅਲੱਗ ਹੁੰਦਾ, ਉਹਦੀ ਮੋਟਾਈ ਅਲੱਗ ਹੁੰਦੀ ਹੈ। ਆਪਾਂ ਕਹਿਣ ਨੂੰ ਮੈਂ ਕਹਾਂ ਮੈਂ 5 ਰੋਟੀਆਂ ਖਾਂਦਾ, ਮੇ ਵੀ ਤੁਸੀਂ ਵੀ 5 ਖਾਂਦੇ ਹੋਵੋਗੇ, ਪਰ ਗਾਰੰਟੀ ਹੈ ਕਿ ਉਹ 5 ਰੋਟੀਆਂ ਦਾ ਸੇਮ ਹੀ ਸਾਈਜ਼ ਆ ਜੋ ਮੇਰੀਆਂ ਤੇ ਤੁਹਾਡੀਆਂ ਦਾ। ਪਰ ਜਦੋਂ ਬ੍ਰੈਡ ਬਣਦੇ ਆ, ਉਹ ਸਾਰੇ ਇੰਡੀਆ 'ਚ ਸੇਮ ਸਾਈਜ਼ ਦੇ ਬਣਦੇ। ਹੁਣ ਜਦੋਂ ਮੈਂ ਤੁਹਾਨੂੰ ਕਿਹਾ ਤੁਹਾਡੇ ਪਲਾਨ 'ਚ ਲਿਖਿਆ ਕਿ ਤੁਸੀਂ 2 ਰੋਟੀਆਂ ਖਾਣੀਆਂ, ਐਡੀ ਪਤਲੀ ਵੀ 2 ਹੀ ਹੁੰਦੀਆਂ, ਐਡੀ ਮੋਟੀਆਂ ਬਣਾਓਗੇ ਹੈ ਤਾਂ ਉਹ ਵੀ 2 ਹੀ ਆ। ਬਿਲਕੁਲ ਸਹੀ। ਪਰ ਜੇ ਮੈਂ ਕਿਹਾ 2 ਬ੍ਰੈਡ ਖਾਣੇ ਆ, ਉਹ ਜਿਹੜੇ ਮਰਜ਼ੀ ਦਾ ਚੱਕ ਲਓ ਬ੍ਰੈਡ ਹੁੰਦਾ ਕੀ। ਸੋ ਉਹਦੇ ਨਾਲ ਹੁੰਦਾ ਕੀ ਹੈ, ਕੈਲਰੀਜ਼ ਘਟ ਜਾਂਦੀਆਂ ਨੇ। ਵੀ 2 ਬ੍ਰੈਡ 'ਚ ਮੈਨੂੰ ਪਤਾ ਇੰਨੀਆਂ ਕੈਲਰੀਜ਼ ਹੈ, ਪਰ 2 ਰੋਟੀਆਂ 'ਚ ਮੈਨੂੰ ਨਹੀਂ ਪਤਾ ਕਿੰਨੀ ਕੈਲਰੀਜ਼, ਕਿਉਂਕਿ ਕਦੇ ਵੀ ਕਿਸੇ ਦੇ ਘਰੇ ਆਟਾ ਮਿਣ ਕੇ ਰੋਟੀ ਨਹੀਂ ਬਣਦੀ। ਬਿਲਕੁਲ ਸਹੀ।
ਪਰ ਬ੍ਰੈਡ ਉਹਨਾਂ ਨੂੰ ਸਾਈਜ਼ ਦੇ ਨਾਲ ਹੀ ਬਣਾਉਣਾ ਪੈਂਦਾ ਹੈ। ਤਾਂ ਫਿਰ ਰੋਟੀਆਂ ਘਟਾ ਦਿੰਦੇ ਆ, ਬ੍ਰੈਡ ਨੂੰ ਤਾਂ ਹੀ ਐਡ ਆਨ ਕਰਦੇ ਆ ਕਿ ਉਹਨੂੰ ਕਾਊਂਟ ਕਰਨਾ ਈਜ਼ੀ ਹੁੰਦਾ ਕਿ ਇਹਦੇ 'ਚ ਕਿੰਨੀ ਕੈਲੋਰੀਜ਼ ਹੈ। ਓਕੇ। ਆਹ ਫਰਕ ਹੈ। ਤੇ ਵੀਰੇ ਮੈਂ ਚਾਹੁੰਦਾ ਇੱਕ ਨਾ ਆਪਣੀ ਇੰਟਰੋਡਕਸ਼ਨ ਫਿਟਨੈਸ ਦੇ ਰਿਲੇਟਡ ਨਾ ਪ੍ਰੋਪਰ ਇੰਟਰੋਡਕਸ਼ਨ ਤੁਸੀਂ ਦੇ ਦਿਓ ਆਡੀਅנס ਮੇਰੀ ਨੂੰ। ਇੰਟਰੋਡਕਸ਼ਨ ਠੀਕ ਹੈ। ਸੋ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੀ ਸਾਰਿਆਂ ਨੂੰ, ਸਾਰੇ ਵਿਊਅਰਸ ਨੂੰ। ਸੋ ਛੋਟੀ ਜਿਹੀ ਇੰਟਰੋ ਹੀ ਦਊਂਗਾ ਮੈਂ ਆਪਣੀ, ਜ਼ਿਆਦਾ ਵੱਡੀ ਨਹੀਂ ਲੈ ਕੇ ਚੱਲਦਾ। ਸੋ ਮੇਰਾ ਨਾਮ ਸਾਹਿਲ ਹੈ, ਆਈ ਐਮ ਫਰੋਮ ਲੁਧਿਆਣਾ ਤੇ ਉੱਦਾਂ ਮੇਰਾ ਚੰਡੀਗੜ੍ਹ ਤੋਂ ਆ। ਮੈਂ ਪਿਛਲੇ 7 ਸਾਲ ਤੋਂ ਚੰਡੀਗੜ੍ਹ 'ਚ ਹੀ ਹਾਂ, ਠੀਕ ਹੈ। ਸੋ ਮੇਰਾ ਫਿਟਨੈਸ ਅਰੀਨਾ ਦੇ ਨਾਮ ਨਾਲ ਚੰਡੀਗੜ੍ਹ ਦੇ ਵਿੱਚ ਜਿਮ ਵੀ ਹੈਗਾ ਆ ਐਂਡ ਮੈਂ ਇੰਟਰਨੈਸ਼ਨਲੀ ਸਰਟੀਫਾਈਡ ਆ। ਮੇਰੀ ਜੋ ਸਾਰੀ ਸਰਟੀਫਿਕੇਸ਼ਨਸ ਹੋਈਆਂ ਉਹ ਅਮਰੀਕਾ, ਮਲੇਸ਼ੀਆ ਤੇ ਥਾਈਲੈਂਡ ਤੋਂ ਹੋਈਆਂ ਨੇ। ਤੇ ਵੈਸੇ ਆਮ ਆਲਸੋ ਬੀਟੈਕ ਡਿਗਰੀ ਹੋਲਡਰ ਤੇ ਮੈਂ ਸਿਵਲ ਇੰਜੀਨੀਅਰ ਵੀ ਹਾਂ। ਤੇ ਵੀਰੇ ਆ ਕਨੈਕਸ਼ਨ ਜਿਹਾ ਕਿਵੇਂ ਹੋ ਗਿਆ, ਕਿੱਥੇ ਸਿਵਲ ਇੰਜੀਨੀਅਰ ਤੇ ਕਿੱਥੇ ਆਪਣਾ ਫਿਟਨੈਸ ਟ੍ਰੇਨਰ? ਦੇਖੋ ਜੀ, ਇੰਜੀਨੀਅਰ ਮੈਂ ਤਾਂ ਬਣਿਆ ਕਿਉਂਕਿ ਮੇਰੇ ਦੋਸਤ ਵੀ ਬਣ ਰਹੇ ਸੀ। ਓਕੇ। ਤੇ ਫਿਟਨੈਸ ਫੀਲਡ 'ਚ ਮੈਂ ਤਾਂ ਆਇਆ ਕਿਉਂਕਿ ਮੇਰੇ ਨਾਲ ਇੱਕ ਇਨਸੀਡੈਂਟ ਹੋ ਗਿਆ ਸੀਗਾ ਤੇ ਫਿਰ ਉਸ ਇਨਸੀਡੈਂਟ ਦੇ ਕਾਰਨ ਮੈਨੂੰ ਥੋੜਾ ਪੜ੍ਹਨਾ ਪਿਆ ਫਿਟਨੈਸ ਫੀਲਡ ਬਾਰੇ। ਓਕੇ। ਫਿਰ ਜਦੋਂ ਮੈਂ ਪੜ੍ਹਨ ਲੱਗ ਗਿਆ ਤਾਂ ਮੈਨੂੰ ਥੋੜੀ ਠੀਕ ਨੌਲੇਜ ਆ ਗਈ। ਜਦੋਂ ਹਮ। ਨੌਲੇਜ ਆ ਗਈ ਫਿਰ ਮੈਨੂੰ ਲੱਗਿਆ ਕਿ ਚਲੋ ਇਹਨੂੰ ਥੋੜਾ ਅੱਗੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੀਦਾ। ਜੇ ਮੈਂ ਕਿਸੇ ਪ੍ਰੋਬਲਮ 'ਚ ਫਸਿਆ ਹੋਇਆ ਤੇ ਮੈਨੂੰ ਇਹ ਸਾਇੰਟੀਫਿਕ ਨੌਲੇਜ ਬਚਾ ਰਹੀ ਹੈ ਤਾਂ ਮੈਂ ਅੱਗੇ ਵੀ ਜੇ ਕੋਈ ਹੋਰ ਮੇਰੇ ਵਰਗਾ ਕੋਈ ਮੇਰਾ ਭੈਣ ਭਰਾ ਫਸਿਆ Right. ਹੋਵੇ ਸੋ ਉਹ ਵੀ ਪ੍ਰੋਪਰਲੀ ਇਹ ਚੀਜ਼ 'ਚੋਂ ਬਾਹਰ ਨਿਕਲ ਕੇ ਆ ਤੇ ਵੀਰੇ ਆਪਣਾ ਇਨਸੀਡੈਂਸ ਨਾ ਥੋੜਾ ਸ਼ਾਰਟ ਚ ਦੱਸੋ, ਕਿਉਂਕਿ ਚੱਕਰ ਕੀ ਆ, ਕਈ ਮੇਰੇ ਹਿਸਾਬ ਨਾਲ ਤੁਹਾਡੇ ਇਨਸੀਡੈਂਸ ਮੈਨੂੰ ਪਤਾ ਨਹੀਂ ਬੇਸਿਕਲੀ, ਪਰ ਕੀ ਪਤਾ ਕਈਆਂ ਨਾਲ ਉਹ ਸੇਮ ਚੀਜ਼ ਹੁੰਦੀ ਹੋਵੇ ਜਾਂ ਨੀਅਰ ਬਾਈ ਲੱਗਦਾ ਹੋਵੇ ਉਹਨਾਂ ਨੂੰ ਵੀ, ਹੈ ਨਾ, ਕਿ ਇਦਾਂ ਦਾ ਹੀ ਸਾਡੇ ਨਾਲ ਹੁੰਦਾ। ਸੋ ਉਹ ਦੱਸੋ ਕਿਵੇਂ ਤੁਸੀਂ, ਕੀ ਪ੍ਰੋਬਲਮ ਆਈ ਸੀ ਤੇ ਕਿਵੇਂ ਸੋਲੂਸ਼ਨ ਕੀਤਾ, ਸੋ ਉਹਦੇ ਆਡੀਅנס ਨੂੰ ਵੀ ਕਿਤੇ ਨਾ ਕਿਤੇ ਫਾਇਦਾ ਹੋਵੇ। ठीक है, मैं काफ़ी शॉर्ट च ही दसदा ये चीज़, है ना। सो एंड आई थिंक आई शुड स्विच इन हिंदी ताकि ज़्यादा व्यूअर्स उसे, है ना, सुन पाएँ। राइट। सो मैं हिंदी में बताता हूँ हर एक चीज़ वो। सो बेसिकली क्या हुआ, जब मैं अपनी टीनेज में था 16-17 साल का, तो मैं बहुत पतला हुआ करता था। तो उस टाइम पे व्हाट हैपेंड इज़ मुझे ये था कि यार बॉडी तो होनी चाहिए, ठीक है, क्योंकि पतले बंदे पे ना तो कपड़े जचें, ठीक है, ना उसका कॉन्फिडेंस होता है। सो आई वाज़ लाइक यार बॉडी तो होनी ही चाहिए। तो इसलिए फिर सिंपल सी बात है, जिसने बॉडी बनानी है जिम ज्वाइन करता है, तो मैंने एक जिम ज्वाइन किया, ठीक है। एंड उस जिम से क्या हुआ, वहाँ पे भी अगैन एक बस एक खोला हुआ था, दैट वाज नॉर्मल जिम, ठीक है। किसी ये नहीं कि कोई बहुत अच्छा ट्रेनर था या ऐसा था, बस दैट वाज अ नॉर्मल जिम जो मेरे घर के आसपास ही था। एंड व्हाट हैपेंड इज, फिर जब मैंने ज्वाइन किया तो मैंने उनसे बोला कि मतलब सिंपल सी बॉडी बनानी है ना, सो दिस इज अ सिंपल थिंग विच आई टोल्ड टू माई ट्रेनर्स कि ऐसे ऐसे बॉडी बनानी है। दे आर लाइक कि चलो ट्रेनिंग स्टार्ट करो। मैंने 1 महीना ट्रेनिंग की एंड मुझे कुछ भी नॉलेज नहीं थी उस टाइम पे फिटनेस की। जो मेरे ट्रेनर ने बोल दिया, वाज लाइक कि यही है जो भी है ना। तो डेली वर्कआउट वगैरह करना, 1 महीना हो गया, 1.5 महीना हो गया, कोई रिजल्ट ही नहीं आए। अब इतने उस टाइम यही नहीं पता था कि भी इतनी जल्दी रिजल्ट आते भी नहीं है, प्रॉपर लेके चलना पड़ता है, प्रोसेस को फॉलो करना पड़ता है वो। बट अगैन मैंने फिर अपने ट्रेनर को बोला कि रिजल्ट ही नहीं आ रहे, इतनी देर होगी ये वो। तो उसने मुझे क्या बोला कि ही ऑफर्ड मी अ सप्लीमेंट। ਓਕੇ। एक ਇਹ ਬੜਾ ਵੱਡਾ ਵੀਰੇ ਚੱਕਰ ਜਿਹਾ ਹੈਗਾ ਨਾ, ਮਤਲਬ ਤੁਸੀਂ ਥੋੜੀ ਜਿਹੀ ਦਿਖਾ ਦਿਓ ਕਿ ਤੁਹਾਨੂੰ ਇੱਕ ਹੈਗੀ ਆ ਨਾ ਕਿ ਮੈਂ ਬੋਡੀ ਬਣਾਉਣੀ ਹੈ, ਨਾਲ ਹੀ ਨਾ ਅਗਲਾ ਬੰਦਾ ਟ੍ਰੇਨਰ ਲਾ ਲਓ ਚਾਹੇ ਜਿਮ ਓਨਰ ਲਾ ਲਓ, ਉਹ ਫਾਇਦਾ ਚੱਕਣ ਦਾ ਬਸ ਉਹਨੂੰ ਮੌਕਾ ਚਾਹੀਦਾ ਹੁੰਦਾ। ਉਹ ਆਪਾਂ ਮੌਕਾ ਦੇ ਦਿੰਦੇ ਕਿ ਬਾਈ ਮੇਰੀ ਬੋਡੀ ਜਲਦੀ ਬਣਾ ਦੇ ਜਾਂ ਮੈਨੂੰ ਪਤਲਾ ਜਲਦੀ ਕਰ ਦੇ। ਆ ਦੋ ਚੀਜ਼ਾਂ ਨਾ ਮਤਲਬ ਰੀਝ ਨਾਲ ਬੰਦੇ ਦੀ ਇੱਕ ਵਾਰੀ ਬਸ ਕਰਾ ਦਿੰਦੀ ਹੈ ਕਿਤੇ ਨਾ ਕਿਤੇ। ओके, मैं इधर भी जवाब देना। सो वन थिंग इज, देखो, इफ एनीवन इज ओपनिंग अ बिजनेस, अगर किसी ने जिम भी ओपन अप किया तो ऑब्वियसली ही वांट टू अर्न मनी। आप उसमें जाते हो, आपने एक बार अपने 1 महीने की फीस दी, जो भी आपने दिया, सो दिस इज द फर्स्ट टाइम जब वो आपसे कुछ अर्न करता है। राइट। अब उसके बाद मनी तो और भी चाहिए। अब दोबारा वो आपसे पैसे कैसे निकलवाए, दैट इज फ्रॉम सप्लीमेंट्स। ओके। तो अगर उसको अब वहाँ उनके साथ लिंक्स होते हैं सप्लीमेंट वालों के, जो सप्लीमेंट वो आप उसको 500 का मिल रहा है, वो आपको 700-800 में फलानी बेच रहा है। दुकान पे जाके ले ला, मेरा नाम ले या फिर लिया, खुद मेरा भी नाम अपने ले जिम लिया। में भी बेचते हैं कि वो बिल्कुल आप सही। उसको 200-400 रुपए ज़्यादा में डाल के एंड हम्म। फिर वो आपको देते हैं उसमें, है ना। तो ये दिस इज अ प्रोसेस ऑफ अर्निंग। तो ये अब प्रॉब्लम ये हो जाती है, सप्लीमेंट्स आर नॉट बैड, मैं ये नहीं कह रहा कि सप्लीमेंट्स बुरे हैं, बट जो बुरी नीयत से दिया गया है, सिर्फ पैसा कमाने के लिए दिया गया, दैट इज़ बैड। एंड मेरे साथ वही हुआ था मेरी स्टोरी में भी। यू विल नॉट बिलीव, मैंने उस टाइम पे मेरे को कुछ 400 पता नहीं 800 रुपये का समथिंग मुझे एक सप्लीमेंट दिया जिसने मेरा 10 किलो वजन बढ़ा दिया 10 दिनों में। 10 दिनों में 10 किलो, मैं 45 किलो का था और मैं 55 का हो गया। ਤੇ ਵੀਰੇ ਤੁਸੀਂ ਹੁਣ ਸਟੱਡੀ ਕੀਤੀ ਹੋਣੀ ਹੈ ਨਾ, ਆਪਾਂ ਇਹਦੇ ਤੇ ਗੱਲ ਕਰੀਏ ਤੇ ਇਹ ਫਿਰ ਇੱਕ ਰੀਜ਼ਨ ਕਿਵੇਂ ਹੁੰਦਾ ਹੈ, ਵੱਧਦਾ ਕਿਵੇਂ ਆ? ਤੁਸੀਂ ਪ੍ਰੋਪਰ ਸਟੱਡੀ ਕੀਤੀ ਹੋਣੀ ਸਪਲੀਮੈਂट्स ਤੇ ਵੀ। देखो गल द थिंग इज कि आपको सिंपल है, कोई कोई भी साइंस नहीं है। सिंपल थिंग इज, जिन्नी कैलोरियां खाओगे उन्ना शरीर ਵਧੂਗਾ, जिन्नी घट कैलोरीज खाओगे उन्ना शरीर घटूगा। सिंपल। इफ यू आर ईटिंग मोर, अब
भारी होते जाओगे, बड़े होते जाओगे। अगर आप कम खा रहे हो तो पतले होते जाओगे, सिंपल है। अब ये सप्लीमेंट्स क्या करते हैं, सप्लीमेंट्स आर लाइक डिपेंड है कि आप कौन सा सप्लीमेंट ले रहे हो, प्रोटीन ले रहे हो, गेनर्स ले रहे हो, क्रिएटिन ले रहे हो। हर सप्लीमेंट का एक अलग यूज़ है और एक अलग टाइम पे उसको यूज़ किया जाता है। ओके। सो फॉर एग्जांपल अगर मान लो आपने स्विमिंग करनी है एंड स्विमिंग के टाइम पे मैं आपको रनिंग शूज़ पहना दूँ, तो वो लॉजिकली नहीं है। सही है, सही या है। आपने रनिंग करनी है फिर मैं आपको स्विमिंग वाला सूट, स्विम सूट पहना दूँ, वो लॉजिक नहीं ਪਰ ਵੀਰੇ ਯਾਰ ਇਹ ਤਾਂ ਚਲੋ ਜਿਮ ਵਾਲਿਆਂ ਨੂੰ ਤਾਂ ਇਹ ਚੀਜ਼ ਦਾ ਪਤਾ ਹੁੰਦਾ। ਹੁਣ ਜਿਹੜਾ ਜਿਵੇਂ ਸਾਡੇ ਵਰਗਾ ਜਾਵੇ, ਉਹਨੂੰ ਕਿਵੇਂ ਪਤਾ ਲੱਗੂਗਾ ਕਿ ਕਿਹੜੀ ਚੀਜ਼ ਸਾਡੇ ਲਈ ਸਹੀ ਹੈ ਤੇ ਕਿਹੜੀ ਗਲਤ ਹੈ ਸਾਡੇ ਲਈ? ਓਕੇ, ਦਿਸ ਇਜ਼ ਅ ਵੈਰੀ ਗੁੱਡ ਕੁਐਸਚਨ ਐਂਡ ਮੈਂ ਲਿਟਰਲੀ ਕਹਿੰਦਾ ਧੰਨਵਾਦ ਕਰਦਾ ਤੁਹਾਡਾ, ਤੁਸੀਂ ਇਹ ਕੁਐਸਚਨ ਹਾਂ। ਪੁੱਛਿਆ ਮੈਨੂੰ, ਹੈ ਨਾ। ਇਹਦਾ ਸਿਰਫ ਇੱਕੋ ਹੀ ਚੀਜ਼ ਹੁੰਦੀ ਹੈ। ਹੁਣ ਤੁਸੀਂ ਇੱਕ ਚੀਜ਼ ਸਮਝੋ, ਜੇ ਤੁਸੀਂ ਗੱਡੀ ਲੈਣ ਜਾਣਾ, ਹੂੰ। ਤੁਸੀਂ ਗੱਡੀ ਲੈਣ ਕਿਸੇ ਕਬਾੜੀਏ ਦੀ ਦੁਕਾਨ ਤੇ ਜਾਓਗੇ ਕਿ ਕਿਸੇ ਸ਼ੋਰੂਮ 'ਚ ਜਾਓਗੇ? ਸ਼ੋਰੂਮ 'ਚ ਹੀ ਜਾਂਦਾ ਹੁੰਦਾ ਆਪੇ ਤਾਂ। ਹੁਣ ਜੇ ਬਾਈ ਚਾਂਸ ਕਬਾੜੀਏ ਤੇ ਵੀ ਗੱਡੀ ਮਿਲ ਸਕਦੀ ਹੈ ਹੂੰ। ਨਾ, ਮਤਲਬ ਗੱਡੀਆਂ ਜੋ ਇਦਾਂ ਵੇਚ ਟਾਈਮ ਲੈਂਦੇ ਹੋ ਪਾਸ। ਜਮਾਈ ਹੋ। ਹੁਣ ਜ਼ਿਆਦਾ ਮਹਿੰਗੀ ਕਿੱਥੇ ਮਿਲੂਗੀ ਸ਼ੋਰੂਮ 'ਚ। ਤੇ ਜ਼ਿਆਦਾ ਵੈਲਿਊ ਕਿਸ ਗੱਡੀ ਦੀ ਹੋਊਗੀ? ਸ਼ੋਰੂਮ ਵਾਲੀ ਸ਼ੋਰੂਮ ਵਾਲੀ 'ਚ। ਆਹੀ ਚੀਜ਼ ਹੈ। ਆਪਾਂ ਗਲਤੀ ਕੀ ਕਰਦੇ ਹਾਂ, ਆਪਾਂ ਇੱਕ ਤਾਂ ਮਤਲਬ ਲੋ ਸਟੈਂਡਰਡ ਜਿਮ 'ਚ ਚਲੇ ਜਾਂਦੇ ਹਾਂ। ਠੀਕ ਹੈ। ਦੂਸਰੀ ਚੀਜ਼ ਕੀ ਗਲਤੀ ਕਰ ਦਿੰਦੇ ਹਾਂ, ਆਪਾਂ ਕਿਸੇ ਵੀ ਟ੍ਰੇਨਰ ਦੇ ਉੱਤੇ ਭਰੋਸਾ ਕਰ ਲੈਂਦੇ ਹਾਂ, ਕਿਉਂਕਿ ਆਪਾਂ ਤਾਂ ਐਂਡ ਆਫ ਦ ਡੇ ਟ੍ਰੇਨਰ ਦੀ ਮੰਨਣੀ ਆ ਨਾ, ਉਹਨੇ ਜੋ ਆਪਾਂ ਨੂੰ ਕਹਿਤਾ ਮਤਲਬ ਆਪਾਂ ਉਹੀ 16 ਯੂਜ਼ 17 ਕਰਾਂਗੇ। ਸਾਲ ਦੇ ਬੱਚੇ ਕੀ ਕਰਦੇ ਨੇ ਕਿ ਟ੍ਰੇਨਰ ਫੜ ਲੈ ਇੱਕ, ਮਤਲਬ ਚਾਹੇ ਘਰ ਦੇ ਲੱਖ ਕਹਿ ਲੈਣ, ਕਈ ਰਿਸ਼ਤੇਦਾਰ ਕਹਿ ਦੇਵੇ, ਕੋਈ ਦੂਜਾ ਟ੍ਰੇਨਰ ਕਹਿ ਦੇ, ਉਹ ਤਾਂ ਅੱਖਾਂ ਬੰਦ ਕਰਕੇ ਐਂ ਵਿਸ਼ਵਾਸ ਕਰ ਲੂ ਟ੍ਰੇਨਰ ਤੇ ਜਿਵੇਂ ਉਹ ਰੱਬ ਹੀ ਹੋ ਗਿਆ। ਚਲੋ ਇੱਕ ਗੁਰੂ ਹੁੰਦਾ, ਉਹਦੇ ਤੇ ਮੇਰੇ ਹਿਸਾਬ ਨਾਲ ਕਰਨੀ ਵੀ ਚਾਹੀਦੀ ਆ। पर ਜਿਹੜਾ ट्रेनर ਹੁੰਦਾ ਨਾ, ਮੇਰੇ ਹਿਸਾਬ ਨਾਲ ਉਹਦਾ ਨਜਾਇਜ਼ ਵਾਦਾ ਚੱਕਦਾ ਹੀ ਚੱਕਦਾ है ना। देखो थिंग इज कि यहाँ पे दोनों की ही गलती है, ट्रेनर की हम्म। भी है और उस क्लाइंट की भी गलती है। चाहे वो 16-17 साल का है, चाहे वो 40-50 साल का है। थिंग इज आप किसी पे अंधा ट्रस्ट नहीं कर सकते। जिस पे भी ट्रस्ट कर रहे हो, कम से कम आपको ये कंफर्म होना चाहिए वो उस चीज़ के ट्रस्ट के लायक है भी कि नहीं। अब जैसे मैं फॉर एग्जांपल मैं फिटनेस फील्ड में हूँ और मैं आपको एक बात बता रहा हूँ कि जहाज को कैसे उड़ाना है, तो लॉजिक ही नहीं बन रहा है। मैं वो एडवाइस कैसे दे रहा हूँ? ये एडवाइस आप पायलट से लो ना। तो सेम वही चीज़ है, आपका ट्रेनर जो मतलब उसकी क्या एजुकेशन है, उसने Right. क्या पढ़ा हुआ है, सप्लीमेंट्स के बारे में क्या नॉलेज है, पता तो होना चाहिए आपको कि ये किस बेस पे आपको ये चीज़ सजेस्ट कर रहा है। मैं आपको सिंपल बताता हूँ, आप किसी से भी कोई सप्लीमेंट ले रहे हो ना, या कोई भी चीज़ ले रहे हो, उससे सिर्फ और सिर्फ 2 क्वेश्चंस करने हैं। हम्म। अगर इन 2 क्वेश्चंस के आंसर से आप सेटिस्फाइड हो तो उससे चीज़ ले लो, नहीं मत लो। ठीक है। जब भी वो बता रहा है कि आप ये सप्लीमेंट ले लो व्हाटएवर, पहला क्वेश्चन करना है व्हाई, ओके। क्यों? वो बोलेगा भी ये डब्बा ले लो, तो पूछना है क्यों, हम्म। क्या होगा इससे? तो बताएगा भी ऐसे 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 मोटे हो जाओगे, पतले हो जाओगे, ये गोलियां खा लो व्हाटएवर। दूसरा क्वेश्चन इसके बाद, हाउ, कैसे? ये मुझे पतला कैसे करेगा, या ये डब्बा मोटा कैसे करेगा, या ये गोलियां, ये जो भी उसने चीज बोली कि ये ऐसे ऐसे कर देगा, कैसे करेगा। अगर उस बंदे को उसके कैसे का भी आंसर पता है ना, तो देयर आर चांसेस, मैनी मैनी चांसेस कि उसको चीज़ों का पता। ਮੇਰੇ ਹਿਸਾਬ ਨਾਲ ਵੀਰੇ, ਮੈਂ ਯੂਥ ਦੀ ਗੱਲ ਕਰਦਾ, ਯੂਥ ਤਾਂ ਪੁੱਛਦਾ ਹੀ ਨਹੀਂ ਹੈਗਾ ਕਿ ਕਿਵੇਂ ਪਤਲੇ ਹੋ ਜਾਣਗੇ। ਇਹ ਤਾਂ ਦਿਮਾਗ 'ਚ ਆਉਂਦੀ ਨਹੀਂ ਨਾ ਬੰਦੇ ਦੇ ਗੱਲ ਕਿ ਕਿਵੇਂ ਹੋਵਾਂਗੇ। ਅਗਲਾ ਪੁੱਛਦਾ ਯਾਰ ਇਹ ਆ, ਇਹਦੇ ਨਾਲ ਆਹ ਹੁੰਦਾ, ਦੇ ਮੈਂ ਚੱਲਿਆ। तो वही तो चीज़ है ना, प्रॉब्लम ही है। फिर उनको कुछ ना कुछ हेल्थ कंसर्न्स को सहना पड़ता है आगे जाके। सो ये दिस इज़ द मेन प्रॉब्लम। अगर आप क्वेश्चनिंग नहीं अब दिस इज़ वाई आपके साथ अब मैं बैठा हूँ कि ये जितने लोग भी इसको देखेंगे, एजुकेशनल पर्पस ही है कि आप चीज़ों को सीखो। आपके साथ कुछ भी बुरा हो सकता है, यू विल नॉट बिलीव। ओके, सो कमिंग बैक टू माई स्टोरी, जब मैंने वो सप्लीमेंट लिया कि उसने मेरा 10 किलो बढ़ाया, मैं 4 साल तक मुझे हार्मोनल इशू रहा। आई वॉज लो इन टेस्टोस्टेरोन। 4 साल तक मेरा टेस्टोस्टेरोन जीरो था, जीरो। अब टेस्टोस्टेरोन वही चीज होंगी है जिहदे नाल है ना, विच इज द मेन मेल हार्मोन। एक पुतले को एक लड़की बनना है या लड़का बनना है, वो डिपेंड करेगा उसके अंदर इन दोनों में से कौन सा हार्मोन है। अगर तो उस पुतले के अंदर आपने टेस्टोस्टेरोन डाल दिया तो वो मेल बन जाएगा, अगर उसमें एस्ट्रोजन डाल दिया तो वो फीमेल बन जाएगा। ਓਕੇ। ਸੋ ਵੀਰੇ ਇਸੇ ਕਰਕੇ ਫਿਰ ਹਨਾ, ਜਿਵੇਂ ਜਦੋਂ ਆਪਾਂ ਕਿਸੇ ਡਾਕਟਰ ਕੋਲ ਜਾਂਦੇ ਆ ਤੇ ਉਹ ਕਹਿ ਦਿੰਦਾ ਵਾ, ਜਦੋਂ ਪੇਰੈਂਟਸ ਨੂੰ ਕੀ ਹੁੰਦਾ ਕਿ ਡਾਕਟਰ ਜਾ ਕੇ ਪੁੱਛੇ ਕਿ ਬੱਚੇ ਨੂੰ ਪ੍ਰੋਟੀਨ ਦੇਣਾ ਚਾਹੀਦਾ ਕਿ ਨਹੀਂ, ਤੇ ਉਹ ਡਾਕਟਰ ਕੀ ਕਹਿੰਦਾ ਵੀ ਤੁਹਾਨੂੰ ਫਿਰ ਬੱਚੇ ਦਾ ਮੁੰਡਾ ਜੇ ਹੈਗਾ ਉਹਦਾ ਵਿਆਹ ਕਰਨ ਦੀ ਲੋੜ ਨਹੀਂ, ਕਿਉਂਕਿ ਹਨਾ ਬੱਚਾ ਬੁੱਚਾ ਨਹੀਂ ਪੋਸੀਬਿਲਿਟੀ ਹੈਗੀ। ਫਿਰ ਉਹ ਤੁਹਾਡੇ ਵਾਲਾ ਕੇਸ ਹੀ ਹੋ ਗਿਆ, ਰਾਈਟ? ਉਹ ਕਿਤੇ ਨਾ ਕਿਤੇ ਉੱਥੇ ਆ ਕੇ ਹਿੱਟ ਮਾਰਦਾ। नहीं, अगेन दिस कम्स अंडर लैक ऑफ नॉलेज। ਓਕੇ। मैं गारंटी दे सकदा जे कोई डॉक्टर एडी गल कह दे कि प्रोटीन दे नाल इनफर्टिलिटी होंदी है, पॉसिबल ही नहीं है। प्रोटीन दे नाल इनफर्टिलिटी तुसीं बच्चा नहीं पैदा कर सकदे, मैं गारंटी देना इस चीज़ दी। कोई डॉक्टर नहीं कहूगा, पर
ਥਿੰਗ ਇਜ਼ ਇੱਕ ਚੀਜ਼ ਸਮਝੋ, ਸਭ ਬੱਚਾ ਜਦੋਂ ਪੈਦਾ ਹੁੰਦਾ ਉਹਨੂੰ ਸਭ ਤੋਂ ਪਹਿਲਾਂ ਫੂਡ ਕੀ ਮਿਲਦਾ ਹੈ? ਮਦਰਸ ਮਿਲਕ। ਹੂੰ ਮਦਰਸ ਮਿਲਕ 80% ਵੇ ਪ੍ਰੋਟੀਨ ਹੁੰਦਾ ਹੈ। ਓਕੇ ਤੇ ਜੇ ਬੱਚੇ ਨੂੰ ਪੈਦਾ ਹੁੰਦੇ ਤੁਸੀਂ ਹਾਂ ਵੇ ਪ੍ਰੋਟੀਨ ਦੇ ਰਹੇ ਰਾਈਟ ਹੋ, ਰਾਈਟ ਤੇ ਇੱਕ ਚੀਜ਼ ਹੋਰ ਚੈੱਕ ਕਰੋ, ਮਦਰਸ ਮਿਲਕ ਇੱਕ ਬੱਚਾ ਲਗਭਗ 6 ਮਹੀਨੇ ਦਾ ਪੀਂਦਾ ਹੈ, ਤੇ ਜਿੰਨਾ ਤੇਜ਼ 6 ਮਹੀਨੇ 'ਚ ਇੱਕ ਬੱਚਾ ਵੱਧਦਾ ਹੈ ਉਨੀ ਸਪੀਡ ਗਰੋਥ ਦੀ ਸਾਰੀ ਉਮਰ ਨਹੀਂ ਹੁੰਦੀ। ਬਿਲਕੁਲ ਸੋ ਸਹੀ ਜਦੋਂ ਉਹ ਸਿਰਫ ਪ੍ਰੋਟੀਨ ਤੇ ਹੈ ਦੈਨ ਹੀ ਗਰੋਜ਼। ਸੋ ਦਿਸ ਇਜ਼ ਸੋ ਵੀਰੇ ਆਪਾਂ ਗੱਲ ਕਰੀਏ ਨਾ ਟ੍ਰੇਨਰ ਤੇ ਡਾਕਟਰ ਹੁੰਦੇ ਆ ਨਾ, ਇਹਨਾਂ ਦੀ ਨਾ ਆਪਸ ਚ ਐਦਾਂ ਵਾ, ਇਹ ਕਦੀ ਆਪਸ ਚ ਮੇਜ਼ ਖਾ ਹੀ ਨਹੀਂ ਸਕਦੇ। ਮਤਲਬ ਟ੍ਰੇਨਰ ਨੇ ਕਹਿਣਾ ਡਾਕਟਰ ਪਾਗਲ ਆ, ਡਾਕਟਰ ਨੇ ਕਹਿਣਾ ਟ੍ਰੇਨਰ ਪਾਗਲ ਆ। ਇਹ ਕੀ ਚੱਕਰ ਕੀ ਹੈ ਦੋਨਾਂ ਦਾ, ਹੁੰਦਾ ਕੀ ਆ? ਸੋ ਇਹਦਾ ਮੈਂ ਰੀਜ਼ਨ ਦੱਸਦਾ। ਮੈਂ ਪਹਿਲੀ ਗੱਲ ਦੱਸਦਾ, एक चीज़ मैंने दसो ओके, लाइक जो भी अपने व्यूअर्स जितने भी आप लोग मुझे देख रहे हो इस टाइम पे, जस्ट गिव मी आंसर ऑफ वन थिंग। आपके घर के आसपास कोई ना कोई डॉक्टर ज़रूर होगा। अगर किसी को भी सर्जरी करवानी होती है, क्या आप उसी डॉक्टर से करवाते हो जो घर के आसपास है, या किसी स्पेशल सर्जन के पास जाते हो? है तो सर्जन भी एक डॉक्टर, हाँ और है वो गली वाला भी डॉक्टर। राइट काम वो डॉक्टर नहीं करना है। अभी ये दो डॉक्टर्स भी डिफरेंट हो गए ना। सो दिस इज द थिंग, उस डॉक्टर की किसी और चीज़ में स्टडी है, उसकी किसी और चीज़ में है। सेम गोज डॉक्टर्स को, विद ड्यू रिस्पेक्ट, आई एम नॉट ब्लेमिंग एनीवन है, कुछ मैं वो नहीं कर रहा हूँ, बट थिंग इज कि डॉक्टर्स ने डॉक्टरी की पढ़ाई की हुई है। डॉक्टर्स डाइटिशियंस नहीं है, ओके डॉक्टर्स ट्रेनर्स नहीं है। एक चीज़ समझो, अगर डॉक्टर्स भी ट्रेनर्स होते तो किसी ना किसी जिम में तो कोई डॉक्टर एज अ ट्रेनर काम कर रहा होता, और अगर सही है। ट्रेनर्स भी डॉक्टर होते तो किसी ना किसी क्लिनिक पे कोई ट्रेनर भी एज अ डॉक्टर बना बैठा होता। ये दोनों अलग चीज़ें हैं, दोनों की अलग स्टडी है। सो मैं यही बोलूँगा कि प्लीज़ हर इंसान अपना अपना काम करो। ट्रेनर्स को डॉक्टर नहीं बनना चाहिए कि अगर किसी को कोई प्रॉब्लम है, ट्रेनर्स बता रहे भाई ये गोली खा ले, यार हु आर यू टू टेल समवन कि ये गोली खा ले? आपकी क्या क्वालिफिकेशन है किसी को मेडिसिन गाइड करने के लिए? सेम गोज विद द डॉक्टर, कि अब डॉक्टर अगर डाइट लिख के दे रहा है, यार डॉक्टर एक तरफ बोलते हैं कि प्रोटीन नहीं खाना चाहिए, सेम डॉक्टर आपको प्रोटीन एक्स का डब्बा लिख के दे देते हैं। क्योंकि वो लेके दे रहे हैं ना अब है तो वो भी प्रोटीन ही है। हाउ दीज टू थिंग्स आर डिफरेंट? वही डॉक्टर बोल रहा है कि प्रोटीन नहीं खाना है, एंड वही बोल रहा है कि ये प्रोटीन एक्स का डब्बा, एंडोरा मास का डब्बा, ये ले जा, इसमें क्या है? दिस इज अगेन प्रोटीन, देन व्हाई आर यू गिविंग प्रोटीन? सो थिंग इज, ये दोनों अलग अलग प्रोफेशंस हैं, एंड किसी को भी इंटरफेयर नहीं करना चाहिए। एंड यू बीइंग एजुकेटेड ऑडियंस, यू शुड नो कि किसकी सलाह किससे लेनी चाहिए। डाइट की सलाह डाइटिशियन से बढ़िया कोई नहीं दे पाएगा, बिल्कुल सही क्योंकि उसकी एजुकेशन है उसमें। ट्रेनिंग की सलाह ट्रेनर से बढ़िया कोई नहीं दे पाएगा, क्योंकि उसका एक्सपीरियंस एंड एजुकेशन है उसमें। राइट एंड अगर कुछ भी बीमारी है, उसकी सलाह डॉक्टर से बढ़िया कोई नहीं दे सकता, कोई ट्रेनर नहीं, कोई डाइटिशियन नहीं, क्योंकि उसकी क्वालिफिकेशन है उसमें। बिल्कुल सही सो दिस इज ऑल अबाउट योर नॉलेज, किस बंदे ने क्या पढ़ा है तो आप वही पूछोगे ना उससे। सो दिस इज हाउ यू शुड गो। ਸੋ ਵੀਰੇ ਉਮੀਦ ਕਰਦਾ ਨਾ ਤੁਹਾਨੂੰ ਇਹ ਜਿਹੜਾ ਮਿਥ ਹੁੰਦੇ ਨੇ ਤੁਹਾਨੂੰ ਕਲੀਅਰ ਹੋਇਆ ਹੋਣਾ ਵਾ। ਤੇ ਵੀਰੇ ਜਿੱਥੇ ਤੱਕ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਨਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੇ ਵੀਰੇ ਦਾ ਜਿੰਨਾ ਵੀ ਡਿਟੇਲਸ ਹੋਣਗੀਆਂ ਨਾ ਮੈਂ ਸਾਰੀਆਂ ਥੱਲੇ ਤੁਹਾਨੂੰ ਮੈਂਸ਼ਨ ਕਰ ਦੂੰਗਾ, ਤੁਸੀਂ ਬਾਈ ਉਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ ਜੇ ਚੰਡੀਗੜ੍ਹ ਵੀ ਹੋ। ਵੀਰੇ ਆਪਾਂ ਆਨਲਾਈਨ ਟ੍ਰੇਨਿੰਗ ਵੀ ਪ੍ਰੋਵਾਈਡ ਕਰਦੇ ਹਾਂ। जी मैं बिल्कुल, मैं भी ऑनलाइन ट्रेनिंग प्रोवाइड करदा, ਤੇ ਆਈ ਬਿਲੀਵ ਇਹ ਤੁਸੀਂ ਇੱਕ ਬਹੁਤ ਅੱਛਾ ਉਹ ਵੀ ਚੱਕਿਆ ਆ ਕਿ ਇਹਦੇ ਵਿੱਚ ਹੀ ਆ ਜਾਂਦਾ ਕਿ ਲਾਈਕ ਤੁਸੀਂ ਹੁਣ ਕਿਹਾ ਸੀਗਾ ਕਿ ਆਪਾਂ ਨੂੰ ਕਿਹਦੇ ਤੇ ਭਰੋਸਾ ਕਰਨਾ ਚਾਹੀਦਾ ਜਾਂ ਆਨਲਾਈਨ ਕਰਨੀ ਚਾਹੀਦੀ ਜਾਂ ਨਹੀਂ ਕਰਨੀ ਚਾਹੀਦੀ, ਹੈ ਨਾ? ਆਨਲਾਈਨ ਤਾਂ ਵੀਰੇ ਪਹਿਲਾਂ ਬੰਦਾ ਇਹ ਚੀਜ਼ ਡਰ ਜਾਂਦਾ ਯਾਰ ਪੈਸੇ ਲੈ ਕੇ ਬਾਅਦ 'ਚ ਫੋਨ ਚੱਕੂਗਾ ਕਿ ਨਹੀਂ ਚੱਕੂਗਾ, ਆਪੇ ਨਾਲ ਤਾਂ ਇੱਥੇ ਹੀ ਪੰਗਾ ਪੈ ਜਾਂਦਾ ਬੰਦੇ। ओके अगेन थिंग इज कि अगर ओके सो अगर हम ऑनलाइन है, फॉर एग्जांपल लेट्स से मैं अपनी बात करता हूँ कि लेट्स से किसी को, अब मैं यहाँ पे बैठा, आई एम शेयरिंग माई नॉलेज विद यू, अगर किसी को मेरी नॉलेज पसंद आती है, अभी आई एम लाइक है ना इन चंडीगढ़, तो अगर किसी मुंबई में बैठे इंसान को मेरी बातें पसंद आई तो ऑब्वियसली वो मेरे साथ कनेक्ट करने के लिए ऑनलाइन ही आएगा। बिल्कुल सही ही विल नॉट बी कमिंग, है ना, बाय रोड या बाय फ्लाइट, है ना, बाय एयर, वो आता जाए मेरे पास Possibility. पॉसिबल नहीं है। थिंग इज कि ऑनलाइन ट्रेनिंग बहुत अच्छी चीज़ है, अगर आपको मौका मिल रहा है तो ज़रूर करो, बट यू शुड नो कि आप किसके साथ जुड़े हो। अगर ਇਹੀ ਵੀਰੇ ਚੱਕਰ ਆ ਨਾ, ਬੰਦਾ ਹੁਣ ਕਿਵੇਂ ਕਰੇ ਕਿ ਯਾਰ ਫਲਾਣਾ ਟ੍ਰੇਨਰ ਵਧੀਆ ਵਾ, ਉਹ ਵਾਲਾ ਨਹੀਂ ਵਧੀਆ। जस्ट किवें आस्क होगा? क्वेश्चंस, दो क्वेश्चंस। ओके जस्ट फॉर एग्जांपल आप मेरे साथ ऑनलाइन जुड़ रहे हो, ठीक है? सो वन थिंग इज, सबसे पहले तो आपको ये ट्रस्ट होना चाहिए कि आप मेरे से जो भी बात कर रहे हो या फिर जो भी आपकी प्रॉब्लम है, मैं उसको ढंग से सॉल्व कर पाऊंगा कि नहीं। आप अपनी प्रॉब्लम बताओ, मैं उसका सोल्यूशन बताऊंगा। अगर आपको लगा कि वो सोल्यूशन लॉजिकली साइंटिफिकली ठीक है,
फिर तो आप मेरे साथ आगे बात करो। जब आपको लगा कि हाँ, हर एक चीज़ ठीक है, अभी ये ठीक बोल रहा है, ये हो सकता है, दिस इज़ रियल, फिर उसके बाद एक प्रॉब्लम रहती है कि ऑब्वियसली देखो हर इंसान जो मेरा भी उसमें रहा है ना कि व्हेन इट कम्स टू मनी फिर थोड़ा प्रॉब्लम रहती है कि अरे यार पैसे देने से पहले बंदा डरता है कि यार इफ आई विल पे हिम कहीं बाद में ये देखो देयर इज रिस्क आई अंडरस्टैंड। बट जब आप उससे बात करते हो आप उसका प्रोफाइल चेक करो, उसका बैकग्राउंड चेक करो, बिल्कुल वो सही। कहाँ पे है, क्या है, कोई सोशल मीडिया पे है, उसके कहाँ पे जिम्स है, व्हाटएवर कुछ भी कोई भी चीज़, तो आप इस हिसाब से उसके साथ कनेक्ट करो ना। उसके क्लाइंट्स हैं जो उनके कॉन्टैक्ट ले लो, आप भी उनसे बात कर लो, थोड़ा-सा रिसर्च करके एंड आपको लग रहा है जब ठीक है तो यू शुड कैरी ऑन, क्या ਮਤਲਬ दिक्कत है? ਤੁਹਾਡੇ ਨਾਲ ਤਾਂ ਮੇਰੇ ਹਿਸਾਬ ਨਾਲ ਈਜ਼ੀ ਹੋਈ ਹੈ ਕਿਉਂਕਿ ਤੁਸੀਂ ਜਿਮ ਔਨ ਕਰਦੇ ਹੋ ਨਾ ਫਿਰ ਬੰਦੇ ਨੂੰ ਜ਼ਿਆਦਾ ਟਰਸਟ ਹੋ ਜਾਂਦਾ ਕਿ हुँ, ਯਾਰ हुँ, हुँ। ਬੰਦਾ ਸਿਰਫ ਹਵਾ 'ਚ ਨਹੀਂ ਹੈਗਾ ਫਿਜ਼ੀਕਲੀ ਵੀ ਹੈਗਾ ਵਾ जी। ਜਿਮ ਹੈਗਾ ਬਾਈ ਉਹਨਾਂ ਦਾ ਹਨਾ ਇਹਦੇ ਨਾਲ ਤੁਹਾਨੂੰ ਕਿਤੇ ਨਾ ਕਿਤੇ ਪਲੱਸ ਪੁਆਇੰਟ ਹੁੰਦਾ ਹੋਣਾ। हाँ, मैनू नहीं बट फिर भी अगेन मेरे को भी ये प्रॉब्लम आती है कई बार ये ओके दिस इज़ अ प्लस पॉइंट अगर लोग मेरे आस-पास के हैं लाइक पंजाब के हैं, हुँ, हरियाणा के हैं, दे नो हाँ, भाई चंडीगढ़ है, चंडीगढ़ में ऐसे-ऐसे हैं। थिंग इज़ कि जो मान लो साउथ साइड के लोग मेरे साथ जुड़ते हैं जो, सो उनको भी ट्रस्ट का इश्यू रहता है थोड़ा कि भई हुँ, कैसे ट्रस्ट करें। सो आई विल सजेस्ट देम कि यू स्टार्ट विद द स्मॉलर पैकेज, ओके, तो जहाँ पे आपके कम पैसे लगे देखो रिस्क तो बात जब आप उसके साथ कनेक्ट होगे आपको तभी पता लगेगा, ठीक है? राइट, डर तो तभी निकलेगा। बिल्कुल तो सही। इफ डोंट स्टार्ट विद अ बिग अमाउंट यू कैन स्टार्ट विद अ स्मॉलर अमाउंट। अगर आपको चीज़ें अच्छी लगी तो अपग्रेड कर दो, हुँ, नहीं तो अगर आपका लॉस भी हो रहा तो थोड़े हुँ। अमाउंट का ही हो रहा है। ਤੇ ਵੀਰੇ ਆਪਾਂ ਸਟੋਰੀ ਕੰਟੀਨਿਊ ਕਰੀਏ ਨਾ ਤੁਸੀਂ ਉਹ ਪ੍ਰੋਬਲਮ ਤੁਹਾਨੂੰ ਆ गई ਸੀਗੀ ਰਾइट ਤੇ ਉਹ ਫਿਰ ਆਪਾਂ ਓਵਰਕਮ ਕਿਵੇਂ ਕੀਤਾ ਪ੍ਰੋਬਲਮ? हाँ, तो वो जब प्रॉब्लम आई जो लो टेस्टोस्टेरोन की थी मेरी, तो नाउ द प्रॉब्लम वाज़ कि यहाँ पे मैं जस्ट यही चीज़ बताना चाहूँगा कि मेरा जो प्रॉब्लम था, मुझे ये प्रॉब्लम क्यों आई, ये मेडिकल कंसर्न क्यों आया? क्योंकि पहली बात तो मैंने ये नहीं देखा कि मैं जिस पे ट्रस्ट कर रहा था वो कौन है। हुँ, मैंने बस हाँ, अभी मैं इस जिम में लग गया तो भई इसी जिम में जो मुझे बोलेगा मैं तो ठीक है, वो चीज़ कर दी। सो दैट वाज़ द बिगेस्ट मिस्टेक ऑफ माय लाइफ। सेकंड थिंग इज़ मैंने सस्ता लिया। ओके। So when you pay less, you always get less. This is truth. हाँ, हाँ, अब आप एक चीज़ चेक ऑन करो, मैं मुझे वो कुछ 400 पता नहीं 800 रुपए का डब्बा मिला जिसने 10 किलो का रिज़ल्ट दिया था उसने। नाउ जस्ट इमेजिन वन थिंग एक 400 रुपए की चीज़ इतना रिज़ल्ट कैसे दे सकती है? अगर वो इतनी ऑथेंटिक होती तो जो लोग तकड़े नहीं हो रहे तो डॉक्टर्स वही लिख के दे रहे होते सबको, बिल्कुल सही। तो डॉक्टर्स नहीं दे रहे। हुँ, सो यहाँ पे आई विल लिटरली रिक्वेस्ट ईच एंड एवरी पर्सन जो भी मुझे सुन रहा है, आई विल लिटरली रिक्वेस्ट यू प्लीज डू नॉट कॉम्प्रोमाइज ऑन मनी। ये चीज आप कुछ भी कर रहे हो, आपकी फिटनेस हो गई, आपके सप्लीमेंट्स हो गए, आपकी डाइट हो गई, आपकी बॉडी के अंदर जाएगा। ये जो कपड़े पहने हैं आप अगर ये 10,000 की पहनोगे वो बाहर है, अगर ये 500 की भी पहन ली प्रॉब्लम नहीं होने वाली क्योंकि वो शरीर के बाहर है। बट द थिंग जिस पे आप सस्ता ढूंढते हो, थिंग इज कि ये मैं आपको अपना एक्सपीरियंस बता रहा हूँ, लोग क्या करते हैं, लोग फिटनेस पे कम से कम स्पेंड करने की कोशिश करते हैं। हुँ, हुँ, दे आर लाइक ट्रेनर को कम से कम पैसा दें, डाइटिशियन पे पैसा ना लगाएं, है ना? हेल्दी फूड्स क्योंकि थोड़े महंगे लगते हैं वो ना खाएं। ओके, इसको कंपेयर करते हैं, एक हेल्दी मील लगभग 150 से 200 रुपए की पड़ती है। राइट। अब दारू पीते हैं लोग, सिगरेट पीते हैं, हुँ, बर्गर खाते हैं, पिज़्ज़ा खाते हैं, ये चीज़ें मतलब कैन यू लिटरली बिलीव एक बंदा ये क्वेश्चन करेगा कि यार मैं प्रोटीन खा लूँगा तो इससे तो हेल्थ प्रॉब्लम्स होती है और वो सेम बंदा दारू सिगरेट पी रहा होता है। ਹਾਂ, ਇਹ ਵੀ ਪੁਆਇੰਟ ਹੈਗਾ, ਹੈ ਨਾ? ਮਤਲਬ ਆਪਾਂ ਹਰ ਵਾਰੀ ਟ੍ਰੇਨਰ ਨੂੰ ਜਾਂ ਕੋਚ ਨੂੰ ਹੀ ਗਲਤ ਨਹੀਂ ਕਹਿ ਸਕਦੇ ਨਾ ਕਿ ਯਾਰ ਉਹਦੇ ਤੇ ਸਾਰਾ ਕੁਝ ਛੱਡ ਦਿਓ। ਮੇਰੇ ਹਿਸਾਬ ਨਾਲ ਇਹ ਵੀ ਕਿਤੇ ਨਾ ਕਿਤੇ ਵੀਰੇ ਤੁਹਾਨੂੰ ਦਿੱਕਤ ਆਉਂਦੀ ਹੋਣੀ ਆ ਕਿ ਕਸਟਮਰ ਕੀ ਕਰਦਾ ਸਾਰਾ ਕੁਝ ਟ੍ਰੇਨਰ ਤੇ ਛੱਡ ਦਿੰਦਾ। ऑब्वियसली देखो थिंग इज़ कि आपको ये करना भी चाहिए, मुझे ये चीज़ ठीक लगती है, बट थिंग इज़ कि जो आपका ट्रेनर है वो दैट शुड बी क्वालिफाइड इनफ हुँ, कि वो चीज़ें आप उसके ऊपर फेंक ओके ओके लेट्स टेक इट दिस वे। आपने 1 करोड़ की गाड़ी ली, ठीक आपने है। वो गाड़ी अपने ड्राइवर को दे दी, इसको मेंटेन करना सारा एक चीज़ तूने करवानी है। हुँ, वो ड्राइवर ने कभी अल्टो से ऊपर नहीं कोई गाड़ी चलाई। क्या आपको सच में लगता है कि वो अल्टो वाला बंदा एक मर्सिडीज़ मेंटेन कर लेगा? पॉइंट है। अगेन किस बंदे को मैं एक ही चीज़ यहाँ पे क्लियर कर रहा हूँ, बार-बार बातें घूम के एक ही चीज़ पे आ हाँ, रही है, इन्वेस्ट इन अ गुड ट्रेनर। ओके। एक अच्छी एजुकेशन वाले बंदे के ऊपर इन्वेस्ट करो एंड पैसा लगाने से कभी मत घबराओ। ये चीज़ें आपकी बॉडी के साथ होने वाली हैं। किसी ने अगर किसी लाइक अनएजुकेटेड ट्रेनर ने गलत तरीके से कुछ करवा दिया, डिस्क हिल जाएगी भाई, प्रॉब्लम आ जाएगी, शोल्डर कुछ ना कुछ इंजरी आ गई, क्या करोगे आप? ਚਲੋ ਵੀਰੇ ਇਹ ਤਾਂ ਹੋ ਗਏ ਮਤਲਬ ਜਿਨ੍ਹਾਂ ਕੋਲ ਪੈਸਾ ਹੈਗਾ ਉਹ ਹੋ ਗਿਆ ਹੈ ਨਾ। ਹੁਣ ਜਿਵੇਂ ਲਾ ਲਓ ਹੁਣ ਮੈਂ ਪਤਲਾ ਹੋਣਾ ਫੋਰ ਐਗਜ਼ਾਮਪਲ ਆ
ਤੇ ਮੇਰੇ ਕੋਲ ਪੈਸੇ ਵੀ ਹੈ ਨਹੀਂ ਇੰਨੇ ਜ਼ਿਆਦਾ ਇਨਵੈਸਟ ਕਰਨ ਨੂੰ। ਹੂੰ। ਤੇ ਮੇਰੇ ਲਈ ਜੇ ਆਪਾਂ ਟਿਪਸ ਦੀ ਗੱਲ ਕਰੀਏ ਨਾ, ਮੇਰੇ ਲਈ ਕਿਹੜਾ ਪ੍ਰੋਟੀਨ ਜਾਂ ਆਪਾਂ ਘਰੇਲੂ ਕਿਵੇਂ ਨੁਸਖੇ ਆਪਾਂ ਯੂਜ਼ ਕਰਕੇ ਐਜ਼ ਅ ਪ੍ਰੋਟੀਨ ਯੂਜ਼ ਕਰ ਸਕਦੇ ਹਾਂ? देखो वन थिंग इज, एक चीज पहले समझो, इसको ना कॉम्प्लिकेट कर रखा है, ठीक है। सो अगेन ये भी दो ही चीजों में खत्म होती है बात। अगर पतला होना है कम खाना पड़ेगा, मोटा होना है तो ज्यादा खाना पड़ेगा। अगर आपने पतला होना है, आपके पास ज्यादा इन्वेस्ट करने के लिए पैसा नहीं है, ठीक है, आपका ट्रेनर बोल रहा है मैं 10,000 रुपये लूंगा, आप नहीं, आपकी पॉकेट अलाउ कर रही है ना, ठीक है, तो सिंपल से टिप्स बताता हूँ आपको, कोई बेफालतू कहीं जाने की जरूरत नहीं है। आप जो भी खा रहे हो, जो भी खा रहे हो, उसको थोड़ा थोड़ा कम करना शुरू कर दो। ओके। आप मान लो दिन में 3 बार खाना खा रहे हो, तीनों बार 3-3 रोटियां खा रहे हो, एक एक रोटी तीनों मील से उड़ा दो। ठीक है। एक हफ्ता से 10 दिन ये लेके चलो, 10 दिन के बाद फिर एक एक रोटी उड़ा दो, ओके। थोड़ी थोड़ी सब्जी कम कर दो। हम्म, अब जो जो वो चीज़ें कम होती जा रही हैं उनकी जगह सैलेड को ऐड करो। ठीक है। अगर आपका दिन का कोई एक टाइम ऐसा है जिसमें आप बाहर का खाते हो, वो बाहर का छोड़ के उसकी जगह फ्रूट्स ऐड कर दो। हमें हैबिट्स को चेंज करना है, एक दिन में कुछ नहीं होगा। मैं अगर आपको बोलूँ, मैं आपको बताता हूँ कि जैसे मैंने टोल्ड यू ना, मैंने साइकोलॉजी भी पढ़ी हुई है। सो ह्यूमन माइंड कैसे काम करता है। मान लो मैंने आपको बोला कि आपने पतले होना है, आपको ये 10 चीज़ें फॉलो करनी है। अगर जैसे और आज आपने वो 10 चीज़ें फॉलो कर दी, आपको बहुत अच्छा फील होगा। आपने कल भी वो 10 चीज़ें फॉलो कर दी, आपने बहुत अच्छा फील होगा। बट गलती से तीसरे दिन उसमें से एक चीज़ फॉलो नहीं हुई ना, आपका माइंड ये कहेगा वो 9 चीज़ें फॉलो हुई है उसको भूल जाएगा। बिल्कुल उस सही। एक चीज़ को लेके इतना नेगेटिव हो जाएगा, ओह शिट मैंने ये नहीं किया, ओह ये रह गया, आज ये रह गया, तो वो सारा खराब हो जाता है। सो थिंग इज, हमेशा मैं क्या करता हूँ, मैं एक ही चीज़ अप्रोच फॉलो करवाता हूँ, मैं छोटी छोटी हैबिट्स को चेंज करता हूँ। 10 हैबिट्स इकट्ठे मत चेंज करो, एक एक हैबिट करके चेंज करो। एक हैबिट को चेंज करने के लिए 3 से 4 दिन लगते हैं। फॉर एग्जाम्पल, अगर आपसे तीनों टाइम की रोटियों में से एक एक रोटी कम नहीं हो रही, आप एक टाइम की एक रोटी कम करो पहले 2-3 दिनों के लिए, ओके। फिर दोपहर से भी एक रोटी कम कर दो अगले 3 दिन, फिर अगले 3 दिन रात की भी कर दो। ओके। कि जो फिटनेस है ना, वो एक वो डेस्टिनेशन नहीं है, फिटनेस इज अ जर्नी, ये लाइफ लॉन्ग चलेगा। ਮੈਂ ਉਹੀ ਗੱਲ ਤੇ ਆਉਣ ਲੱਗਿਆ ਸੀਗਾ, ਮੈਂ ਕਿਹਾ ਯਾਰ ਹੁਣ ਜਿਵੇਂ ਬੰਦਾ ਜਿਮ ਲੱਗਦਾ ਹਨਾ, ਜਿਵੇਂ ਮੇਰੇ ਬ੍ਰਦਰ ਦੀ ਗੱਲ ਕਰਦਾ, ਉਹਨੇ ਨਾ 50 ਕਿਲੋ ਡਾਊਨ ਕਰ ਲਿਆ ਜਿਮ ਲਾ ਕੇ। ਮੈਂ ਕਹਿੰਦਾ ਸਵੇਰੇ ਸ਼ਾਮ ਜਾਂਦਾ ਸੀ ਹਨਾ, ਸੁਖਨਾ 2-3 ਲੱਖ ਰੁਪਇਆ ਵੀ ਲੱਗ ਗਿਆ, 50 ਕਿਲੋ ਵੀ ਘਟ ਗਿਆ ਹਨਾ। ਚੱਕਰ ਕੀ ਹੋਇਆ, ਜਦੋਂ ਛੱਡਿਆ ਸਾਲ ਦੇ ਵਿੱਚ वापस 50 ਦਾ 70 ਹੀ ਵਾਪਸ ਆਇਆ। ਤੇ ਉਹਦਾ ਕੀ ਫਿਰ ਸੀਨ ਹੁੰਦਾ, ਲੋਕਾਂ ਨੂੰ ਲੱਗਦਾ ਕਿ ਯਾਰ ਜਿਮ ਲੱਗ ਗਏ, ਮਤਲਬ ਜਿੰਨੀ ਦੇਰ ਲੱਗੇ ਰਹੋ ਉਨੀ ਦੇਰ ਪਤਲੇ ਆ, ਜਦੋਂ ਛੱਡਤਾ ਫਿਰ ਮੋਟੇ ਆ। ਆਹੀ ਤਾਂ ਚੀਜ਼ ਹੈ। ਹੁਣ ਇੱਕ ਚੀਜ਼ ਸਮਝੋ, ਮੈਂ ਅੱਛੇ ਪਤਲੇ ਵਾਲੀ ਚੀਜ਼ ਦੱਸਦਾ, ਠੀਕ ਹੈ। ਸੋ ਲੈਟਸ टेक अ वेरी कॉमन एग्जांपल, पतला होना तो खाना छोड़ दो। अगर आपने आज से ही बिल्कुल खाना पीना छोड़ दिया, आप पतले होने लग जाओगे। बिल्कुल ही खाना पीना छोड़ दिया, जीरो, तो कल से ही पतले होने लग जाओगे। पर जिस दिन खाना पीना दोबारा शुरू करोगे, वो दोबारा वापस आएगा। अब इसको ये मान के चलो, हमें अपनी हैबिट को इस हिसाब से चेंज करना पड़ता है कि हम लोग उसको लॉन्ग टर्म सस्टेन कर पाए। अब अगर मैं बोलूं कि आप जैसे रोज 3 रोटियां खाते हो, अगर मैं बोलूं कि आपने 2 रोटियां खानी है, 2 रोटी को आप बहुत लंबे तक सस्टेन कर सकते हो। अगर मैं बोलूं एक भी नहीं खानी, वो आप 1 महीना कर लोगे, 2 महीने कर लोगे, कभी तो वापस आओगे। इसीलिए अपनी हैबिट्स को इस हिसाब से चेंज करते हैं कि जो हम लाइफ लॉन्ग या मैक्सिमम टाइम तक फॉलो कर सकें। तो दिस इज अ बैड अप्रोच। थोड़े टाइम में ज्यादा मेहनत करके ज्यादा स्ट्रिक्ट होकर रिजल्ट ले लिया ना अगर आपने, तो वो लॉन्ग टर्म में आपको रिजल्ट वापस आएगा ही आएगा, क्योंकि आप उतना स्ट्रिक्ट और डिसिप्लिन्ड लाइफ लॉन्ग नहीं रह पाओगे। बिल्कुल सही है। आपको बस उतना करना है जो आप लंबे टाइम तक कर सको। अगर आप लंबे टाइम तक 2 रोटियां खा सकते हो तो आप 2 रखो। ਵੀਰੇ ਪਰ ਇਹ ਕਿਤੇ ਨਾ ਕਿਤੇ ਆ ਕੇ ਫਿਰ ਟ੍ਰੇਨਰ ਤੇ ਆ ਕੇ ਅੜ ਗਈ ਗੱਲ ਹੈ ਨਾ, ਕਿ ਟ੍ਰੇਨਰ ਦੀ ਗਲਤੀ ਹੋ ਗਈ ਕਿਤੇ ਨਾ ਕਿਤੇ, तो ਕਿਉਂਕਿ ਜੇ ਟ੍ਰੇਨਰ ਕਹੂਗਾ ਭਰਾਵਾ ਤੂੰ ਇੱਕ ਛੱਡ ਫਿਰ 2 ਛੱਡ, ਆਪੇ ਚੱਕਰ ਕੀ ਹੁੰਦਾ ਵੀਰੇ, ਟ੍ਰੇਨਰ ਵੀ ਕੀ ਕਰੇ, ਜਿਹੜਾ ਬੰਦਾ ਜਾਂਦਾ ਉਹਨੂੰ ਹੈਗਾ ਬਸ मिनटा च रिजल्ट ਚੁਟਕੀ ਮਾਰੀ ਮੈਂ ਪਤਲਾ। ਹਰ ਬੰਦੇ ਨੂੰ ਹੁੰਦਾ ਮੈਂ ਛੇਤੀ ਪਤਲਾ ਹੋ ਜਾ ਭਰਾਵਾ, ਸਵੇਰੇ ਸ਼ਾਮ ਜਾਣਾ। ਮੇਰੀ ਸੋਚ ਵੀ ਨਾ ਤੁਹਾਡੇ ਵਰਗੀ ਹੋਈ ਆ ਕਿ ਇੱਕ ਇੱਕ ਕਰਕੇ ਘਟਾਓ। ਮੈਂ ਕੀ ਕਰਦਾ, ਮੇਰੀ ਜੋ ਪਰਸਨਲ ਸਿਸਟਮ ਆ, ਮੇਰਾ 5-7 ਕਿਲੋ ਆਪੇ ਘਟ ਜਾਂਦਾ, ਕਿਉਂਕਿ ਮੈਂ ਡਾਈਟ ਥੋੜੀ ਕੰਟਰੋਲ ਕਰ ਲੈਣਾ। 5-7 ਕਿਲੋ ਜਦੋਂ ਮੈਂ ਆਲਸੀ ਹੋ ਜਾਣਾ ਫਿਰ ਵੱਧ ਜਾਂਦੀ ਹੈ ਨਾ। ਸੋ ਮੈਨੂੰ ਕੀ ਹੁੰਦਾ ਕਿ ਜਿਹੜੀ ਆਹ ਵਾਲੀ 5-7 ਕਿਲੋ ਵਾਲੀ ਚੀਜ਼ ਹੈ ਨਾ, ਇਹ ਇੱਕ ਨੈਚੁਰਲ ਆ। ਨਾ ਇਹਦੇ ਨਾਲ ਮੇਰੇ ਅੰਦਰ ਨਾ ਕੋਈ ਡੱਬਾ ਗਿਆ, ਨਾ ਕੁਛ ਗਿਆ ਹਨਾ, ਨਾ ਮੈਂ ਇੰਨੀ ਮਿਹਨਤ ਕੀਤੀ। ਜੋ ਮੈਂ ਨੈਚੁਰਲੀ ਘਟਾ ਸਕਦਾ ਉਹੀ ਮੇਰਾ ਘਟਦਾ, ਉਹੀ ਵੱਧਦਾ। ਪਰ ਜਦੋਂ ਬੰਦਾ ਟ੍ਰੈਡਮਿਲ ਹੀ 50-50 ਮਿੰਟ ਭੱਜੀ ਜਾਵੇ ਹਨਾ, 2 ਸਾਲ ਆਵੇ 50-50 ਮਿੰਟ ਭੱਜ ਕੇ, ਤੇ ਉਸ ਤੋਂ ਬਾਅਦ ਉਹ ਫਿਰ 70 ਕਿਲੋ ਵਧਾ ਲੇ 50 ਤੋਂ ਬਾਅਦ, ਉਦੋਂ ਬੰਦੇ ਨੂੰ ਕਿੰਨਾ ਔਖਾ ਹੁੰਦਾ ਹੋਣਾ ਯਾਰ।
ਓਕੇ, ਇਹਦੇ 'ਚ ਨਾ ਚਲੋ ਇਹ ਚੀਜ਼ ਤਾਂ ਹੈ, ਬਟ ਇਹਦੇ 'ਚ ਮੈਂ ਇੱਕ ਚੀਜ਼ ਹੋਰ ਐਡ ਕਰੂੰਗਾ। ਹੁਣ ਇਹ ਚੀਜ਼ ਨਾ ਜ਼ਿਆਦਾਤਰ ਪਤਾ ਨਹੀਂ ਲੋਕਾਂ ਨੂੰ, ਠੀਕ ਹੈ? ਉਹੀ ਹੈ ਕਿ ਜੇ ਕਿਸੇ ਦੀ ਐਜੂਕੇਸ਼ਨ ਹੈ ਤੁਹਾਨੂੰ ਪਤਾ ਹੋਊਗਾ। ਸਾਡੇ ਨਾਲ ਇੱਕ ਚੀਜ਼ ਸਿਖਾਈ ਜਾਂਦੀ ਹੈ, ਜਿਹਨੂੰ ਅਸੀਂ ਕਹਿੰਦੇ ਆ ਰੋਟੇਸ਼ਨ, ਠੀਕ ਹੈ? ਇੱਕ ਚੀਜ਼ ਇਮੈਜਿਨ ਕਰੋ, ਤੁਸੀਂ ਜਦੋਂ ਇੱਕੋ ਹੀ ਚੀਜ਼ ਸੇਮ ਐਕਟੀਵਿਟੀ ਬਾਰ-ਬਾਰ ਲਗਾਤਾਰ ਕਿੰਨੇ ਹੀ ਸਾਲ ਕਰਦੇ ਜਾਓਗੇ ਨਾ, ਉਸ ਐਕਟੀਵਿਟੀ ਦੇ ਨਾਲ ਤੁਹਾਨੂੰ ਇੱਕ ਟਾਈਮ ਤੇ ਆ ਕੇ ਉਹ ਇੱਕ ਬਰਡਨ ਹੋ ਜਾਊਗਾ ਤੁਹਾਡੇ ਤੇ, ਠੀਕ ਹੈ? ਫੋਰ ਐਗਜ਼ਾਮਪਲ ਮੈਂ ਰਨਿੰਗ ਦੀ ਗੱਲ ਕਰਾਂ, ਆਪਾਂ ਰੋਜ਼ ਰਨ ਕਰ ਰਹੇ ਹਾਂ, ਉਹ ਰਨਿੰਗ ਡਾਇਰੈਕਟਲੀ ਕਿਹਦੇ ਤੇ ਹਿੱਟ ਕਰ ਰਹੀ ਹੈ? ਮੇਰੇ ਐਂਕਲ ਤੇ ਮੇਰੇ ਨੀ ਤੇ, ਗੋਡੇ ਗਿੱਟੇ ਤੇ ਹਿੱਟ ਕਰ ਰਹੀ ਹੈ। ਉਹ ਸਾਰਾ ਬੋਡੀ ਦਾ ਭਾਰ ਉਹਦੇ ਤੇ ਹੀ ਹੈ, ਠੀਕ ਹੈ? ਹੁਣ ਤੇ ਮੂਵਮੈਂਟ ਵੀ ਸੇਮ ਹੈ। ਜਦੋਂ ਆਪਾਂ ਸੇਮ ਮੂਵਮੈਂਟ ਨੂੰ ਬਹੁਤ ਟਾਈਮ ਤੱਕ ਕਰਦੇ ਜਾਈਏ ਨਾ, ਤਾਂ ਉਹਦੇ ਨਾਲ ਕੀ ਹੁੰਦਾ, ਇੰਜਰੀ ਦੇ ਚਾਂਸ ਵੱਧ ਜਾਂਦੇ ਆ। ਇਹਨੂੰ ओके सो थिंग इज कि ओके, इसको ऐसे समझते हैं इस एग्जांपल के साथ। पानी अगर एक पत्थर के ऊपर पानी लगातार सालों साल पड़ता जाएगा ना, तो वो पानी भी पत्थर को चीर देता है। बिल्कुल सही। सेम गोज विद द बॉडी। अगर आप सिर्फ रनिंग पे डिपेंडेंट रहोगे ना, या सिर्फ साइकिलिंग पे, या सिर्फ एक तरह की, या सिर्फ वेट ट्रेनिंग पे, अगर एक ही तरह की ट्रेनिंग के ऊपर आप सालों साल डिपेंडेंट रहोगे, तो विद टाइम क्या होगा, उस चीज का, उस जॉइंट्स का ओवर यूज होने के कारण आपकी इंजरी के चांस हो जाएंगे और आप प्रॉब्लम में आ जाओगे। इसीलिए हमेशा देयर शुड बी रोटेशन ऑफ मल्टीपल चीजें। आप बॉडी वेट ट्रेनिंग भी करो, आप ट्रेडमिल भी करो, आप साइकिलिंग भी करो, आप जंपिंग भी करो, आप वेट ट्रेनिंग भी करो, आप योगा भी करो, आप स्विमिंग भी कर लो। मतलब एक साथ नहीं, हाँ, कि जैसे गर्मियों में स्विमिंग कर ली, रनिंग छोड़ दो, सर्दियों में रनिंग कर ली या साइकिलिंग कर ली, ठीक है? तो कभी भी सेम तरीके की चीज़ नहीं करनी। आपने एक चीज़ देखी होगी, बहुत सारे एथलीट्स जो सारी उम्र एक ही अपनी एक्टिविटी को परफॉर्म करते करते जब रिटायर हो जाते हैं, तो वो गारंटीड उनके ज़्यादातर मैक्सिमम 70 to 80% एथलीट्स के बॉडी में प्रॉब्लम आ जाती है उन चीज़ों से रिलेटेड। जो रनर्स हैं उनके गारंटीड घुटने में या एंकल में प्रॉब्लम रहती है, ठीक है? जो वेट लिफ्टर्स, बॉडी बिल्डर्स हैं, आपने देखे होंगे जब रिटायर हो जाते हैं तो कैसे उनके, है ना, सर्जरियाँ चल रही होती है कुछ, क्योंकि एक टाइम पे उन्होंने इतना ज़्यादा एक्सेसिव यूज़ कर लिया होता है उस चीज़ का, जो आगे जाके बर्डन बन जाता है, जो इंजरी के चांसेस बढ़ जाते हैं। तो हमेशा रोटेट करो। ਸੋ ਵੀਰੇ ਆਪਾਂ ਗੱਲ ਕਰੀਏ ਨਾ, ਇੱਕ ਤਾਂ ਚਲੋ ਪਤਲਾ ਹੋ ਗਿਆ ਬੰਦਾ, ਹਨਾ, ਲਾ ਲਓ ਫੋਰ ਐਗਜ਼ਾਮਪਲ ਆ, ਫਿਰ ਕੀ ਹੁੰਦਾ ਕਿ ਬੰਦੇ ਦਾ ਨਾ ਮਾਸ ਲਮਕਣ ਲੱਗ ਜਾਂਦਾ ਜੇ ਬੰਦਾ ਜ਼ਿਆਦਾ ਮੋਟਾ ਹੋਵੇ, ਤੇ ਉਹ ਲਮਕਦਾ ਹੀ ਹੁੰਦਾ ਵਾ ਜਾਂ ਉਹ ਮਿਸਗਾਈਡੈਂਸ ਹੁੰਦੀ ਆ? ਓਕੇ, ਇਹਦੇ 'ਚ ਦੋ ਚੀਜ਼ਾਂ ਨੇ ਬ੍ਰਦਰ। ਸੋ ਵਨ ਥਿੰਗ ਇਜ਼ ਕਿ ਜੇ ਤਾਂ ਤੁਸੀਂ ਬਹੁਤ ਜ਼ਿਆਦਾ ਹੈਲਦੀ ਹੋ, ਬਹੁਤ ਜ਼ਿਆਦਾ ਓਵਰਵੇਟ ਹੋ, ਠੀਕ ਹੈ, ਸੋ ਫਿਰ ਗਾਰੰਟੀ ਹੈ ਉਹ ਲਟਕੇਗਾ ਹੀ ਲਟਕੇਗਾ। ਓਕੇ। ਤੁਹਾਡਾ ਪਹਿਲਾਂ ਹੀ ਜਿੰਨਾ ਜ਼ਿਆਦਾ ਪੇਟ ਜ਼ਿਆਦਾ ਆ, ਜੋ ਵੀ ਵਟਐਵਰ ਬਹੁਤ ਜ਼ਿਆਦਾ ਐਕਸੈਸਿਵ ਹੈ, ਉਹ ਗਾਰੰਟਿਡ ਲਮਕੇਗਾ, ਠੀਕ ਹੈ? ਦੂਸਰਾ ਹੁੰਦਾ ਹੈ ਜਦੋਂ ਤੁਸੀਂ ਬਹੁਤ ਘੱਟ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਲੂਜ਼ ਕਰ ਜਾਂਦੇ ਹੋ, ਫਿਰ ਲਮਕਦਾ ਹੈ। ਓਕੇ। ਬਟ ਲਾਈਕ ਜੇ ਤੁਸੀਂ ਬਹੁਤ ਜ਼ਿਆਦਾ ਓਵਰਵੇਟ ਨਹੀਂ ਹੋ ਐਂਡ ਤੁਸੀਂ ਥੋੜਾ ਸਲੋ ਪੇਸ ਤੇ ਉਹਨੂੰ ਘਟਾ ਰਹੇ ਹੋ, ਯੂ ਆਰ ਗੋਇੰਗ ਔਨ ਅ weight loss ਜਰਨੀ, ਬਟ ਔਨ ਅ ਲਿਟਲ ਸਲੋਅਰ ਪੇਸ, ਫਿਰ ਆਪਣੀ ਸਕਿਨ ਦੀ ਨਾ ਇੱਕ ਪ੍ਰੋਪਰਟੀ ਹੁੰਦੀ ਹੈ ਜਿਹਨੂੰ ਇਲਾਸਟਿਸਿਟੀ ਕਹਿੰਦੇ ਆ। ਓਕੇ। ਸੋ ਉਹਨੂੰ ਯੂਜ਼ ਕਰਕੇ ਉਹ ਵਾਪਸ ਸਕਿਨ ਟਾਈਟ ਹੋਣਾ ਸ਼ੁਰੂ ਹੋ ਜਾਂਦੀ ਹੈ। ਬਟ ਜੇ ਬਹੁਤ ਜ਼ਿਆਦਾ ਓਵਰਵੇਟ ਹੋ ਤਾਂ ਲਟਕੇਗਾ ਹੀ ਲਟਕੇਗਾ। ਸੋ ਜਿਹੜਾ ਅੱਜ ਦਾ ਪੋਡਕਾਸਟ ਹੈ ਨਾ, ਇਹਦੇ ਵਿੱਚ ਆਪਾਂ ਸਿਰਫ ਮੋਟੇ ਬੰਦਿਆਂ ਲਈ ਆ, ਕਿਉਂਕਿ ਜਿਹੜੇ ਪਤਲੇ ਹੋਣਾ ਚਾਹੁੰਦੇ ਹਨ, ਇਹ ਉਹ ਲਿੰਕ ਸੀਗੇ। ਤੇ ਆਪਾਂ ਬਾਈ ਹੁਣਾਂ ਨੇ ਇੱਕ ਹੋਰ ਪੋਡਕਾਸਟ ਕਰਨਾ, ਉਹਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਪਤਲੇ ਨੇ ਉਹਨਾਂ ਨੇ ਮੋਟੇ ਹੋਣਾ, ਰਾਈਟ? ਸੋ ਬਾਈ ਹੁਣਾਂ ਕੋਲ ਨਾ ਬਹੁਤ ਗਿਆਨ ਦਾ ਭੰਡਾਰ ਆ, ਤੇ ਆਪਾਂ ਹੌਲੀ ਹੌਲੀ ਬਾਈ ਦਾ ਸਾਰਾ ਕਢਾਉਣਾ ਵਾ, ਪਰ ਉਹ ਸਟੈਪ ਬਾਏ ਸਟੈਪ ਕਢਾਉਣਾ ਨਾ, ਇੱਕੋ ਵਾਰ 'ਚ ਨਹੀਂ ਸਾਰਾ ਕਢਾ ਦੇਣਾ ਹੈਗਾ। ਤਾਂ ਕਰਕੇ ਮੈਂ ਕਿਹਾ ਆਪਾਂ ਇੱਕ ਟੌਪਿਕ ਹੁਣ ਰੱਖਾਂਗੇ ਇੱਕ ਬਾਅਦ 'ਚ, ਤੇ ਹੁਣ ਆਪਾਂ ਗੱਲ ਕਰਾਂਗੇ ਵੀਰੇ ਮਿਥਸ ਬਾਰੇ, ਹੈ ਨਾ? ਜਿਵੇਂ ਇਹ ਵੀ ਮਿਥ ਹੁੰਦਾ, ਮੈਂ ਤਾਂ ਬਾਈ ਤੋਂ ਸੁਣਿਆ ਸੀ, ਅਸੀਂ ਗੱਲਾਂ ਕਰਦੇ ਸੀ, ਬਾਈ ਕਹਿੰਦਾ ਯਾਰ ਜੇ ਜਿੰਮ 'ਚ ਪਸੀਨਾ ਆਉਂਦਾ ਨਾ, ਉਹ ਵੀ ਇੱਕ ਮਿਥ ਆ। ਮੈਂ ਕਿਹਾ ਯਾਰ ਸਾਨੂੰ ਤਾਂ ਲੱਗਦਾ ਕਿ ਇਹ ਮਿਥ ਹੈ ਹੀ ਨਹੀਂ, ਸਾਨੂੰ ਤਾਂ ਇਹ ਲੱਗਦਾ ਕਿ ਪਸੀਨਾ ਆਉਂਦਾ ਮਤਲਬ ਬੰਦਾ ਪਤਲਾ ਹੋ ਰਿਹਾ ਵਾ, ਹਾਂ ਵੇਟ ਵਰਕਸ, ਚਰਬੀ ਘਟਦੀ ਪਈ ਆ। ਇਹਦੇ ਤੇ ਵੀਰੇ ਦੱਸੋ ਹੁਣ ਕੀ ਹਿਸਾਬ ਆ? ओके, सो थिंग इज़ कि देखो, ऑब्वियसली मैं मिथ बस्ट करूँगा, आई विल गिव यू प्रॉपर साइंटिफिक एक्सप्लेनेशन इस चीज़ ਦੀ, ਬਟ ਉਸ ਤੋਂ ਪਹਿਲਾਂ ਇੱਕ ਆਪਾਂ ਨਾ ਥੋੜਾ ਜਿਹਾ ਲੌਜਿਕ ਲਾ ਕੇ ਚੱਲਦੇ ਹਾਂ, ਕਾਮਨ ਸੈਂਸ ਲਾ ਕੇ ਚੱਲਦੇ ਹਾਂ, ਠੀਕ ਹੈ? ਰਾਈਟ। सो एक क्वेश्चन मैं थोड़े तो पूछता हूँ, ठीक है, सिंपल। सो हमें लगता है कि जितना ज़्यादा पसीना आएगा उतना फैट लॉस या वेट लॉस हो रहा है, वट है ना, राइट। ठीक है? अब एक चीज़ समझो, अगर ये बात सच में सच है, तो आपको नहीं लगता जो ये करोड़ों के जिम्स खुले हुए हैं, यहाँ पे एसी की जगह हीटर लगे होने चाहिए थे? सही है। अगर पसीने से वेट लॉस होता, सो एसी तो फिर मतलब उस चीज़ को रोक रहा है ना, तो वो हीटर होने चाहिए। और क्योंकि जिस जिम में जितना ज़्यादा वेट लॉस होगा उसकी उतनी वैल्यू बढ़ेगी, लोग क्लाइंट ज़्यादा आएंगे, बिल्कुल सही। बट ऐसा कुछ भी नहीं है। सेकेंडली, फिर अगर पसीने से ही हो रहा है तो जिम भी क्यों जाना, धूप में खड़े हो जाओ, हो सही गया है। वेट लॉस। सो नहीं, दिस इज टोटल मिथ।
पसीने का और वेट लॉस का दूर-दूर तक कोई रिलेशन नहीं है, दूर-दूर तक भी। नाउ द थिंग इज़ कि ये दोनों चीज़ें जुड़ती क्यों हैं? इसलिए हुँ, जुड़ती हैं क्योंकि जब हमें पसीना आता है तो बॉडी प्रॉपर वार्म हो जाती है हुँ, और गर्म बॉडी में एक्टिविटी ज़्यादा बेटर तरीके से परफॉर्म की जाती है। ओके, उसकी वजह से हमें लगता है कि जितना ज़्यादा पसीना आ रहा है तो हमारा वेट लॉस ज़्यादा हो रहा है। वेट लॉस पसीने से नहीं हो रहा, आप जो एक्टिविटी का आपने एक्टिविटी बढ़ाई है उससे कैलोरी बर्निंग बढ़ गई, उससे ओके, हो रहा है। अब थिंग इज़ कि एक और चीज़ बता देता हूँ, शायद लोग भूल गए होंगे, पसीना या स्वेटिंग क्या चीज़ होती है और क्यों होती है? हमने स्कूल में पढ़ा हुआ है इस चीज़ के बारे में। स्वेटिंग एक वो प्रोसेस है जो बॉडी तब करती है जब उसको गर्मी लगती है। अगर मेरी बॉडी को गर्मी लगेगी तो बॉडी उसमें से पानी निकालेगी राइट, बाहर, जिसे स्वेट बोलते हैं। अब वो स्वेट जब इवेपोरेट होके एनवायरनमेंट में जाएगा, उस इवेपोरेशन, क्योंकि सबने हमने पढ़ा हुआ है कि इवेपोरेशन कॉजेज़ कूलिंग। हुँ, इवेपोरेशन से हमें ठंडक मिलती है। अब गर्म बॉडी को ठंडा करने के लिए बॉडी अंदर से पानी निकाल रही है जो भाप में बनता है और हमें ठंडा फ़ील होता है, इसलिए स्वेटिंग होती है। स्वेटिंग सिर्फ़ हमारी बॉडी को ठंडा करने के लिए होती है। कोई रिलेशन नहीं है ब्रदर इसका, कोई भी रिलेशन नहीं है हाँ। वेट लॉस से, कुछ भी नहीं है। ਤੇ ਵੀਰੇ ਆਪਾਂ ਗੱਲ ਕਰੀਏ ਨਾ ਦੋ ਕੁ ਤੁਸੀਂ ਵੀ ਮਿਥ ਦੱਸ ਦਿਓ ਕਿਉਂਕਿ ਤੁਸੀਂ ਡੇਲੀ ਹੈ ਨਾ ਕਲਾਇੰਟਸ ਨੂੰ ਮਿਲਣਾ ਉਹਨਾਂ ਦੇ ਕਿਉਂਕਿ ਕੀ ਚੱਕਰ ਆ ਜਿਹੜੇ ਦਿਮਾਗ 'ਚ ਫਸੀਆਂ ਚੀਜ਼ਾਂ ਹੁੰਦੀਆਂ ਨੇ ਨਾ ਉਹ ਕੱਢਣੀਆਂ ਇੱਕ ਟਾਸਕ ਆ ਤੁਹਾਡੇ ਵਰਗਿਆਂ ਲਈ ਮਤਲਬ ਟ੍ਰੇਨਰਸ ਦੀ ਟਾਸਕ ਆ ਕਿਉਂਕਿ ਬੰਦਾ ਆ ਰਿਹਾ ਉਹ ਤੋਂ ਸਿੱਖਣ ਨੂੰ ਆ ਰਿਹਾ ਕਿ ਯਾਰ ਕਿਵੇਂ ਕੱਢਾਂ ਹਨਾ ਉਹ जी। ਕਿਵੇਂ ਦੇ ਪ੍ਰੋਗਰਾਮ ਤੁਹਾਨੂੰ ਲੱਗਦੇ ਨੇ ਬੇਸਿਕਲੀ ਗੱਲ ਕਰੀਏ मैं दो ओके, सो आई विल कम ऑन सम मिथ्स जो बहुत ही लाइक ना कॉमन है। सो आपने सुना होगा कि लटकने से हाइट बढ़ जाएगी ਹਾਂ या कुछ सप्लीमेंट्स पीने से हाइट बढ़ जाएगी, ਰਾਈਟ है ना? कुछ भी नहीं होता है। कोई लटकना हाइट नहीं बढ़ाता, कोई रनिंग हाइट नहीं बढ़ाती, कुछ भी ऐसा साइंटिफिक प्रूफ ही नहीं है कि इन चीज़ों से हाइट बढ़ती है। जस्ट इमेजिन एंड जस्ट नो दिस थिंग कि आपकी हाइट आपके पेरेंट्स के आसपास गारंटीड जाएगी। कोई भी चीज़ आपकी हाइट को रोक नहीं सकती और कोई भी चीज़ आपकी हाइट को बढ़ा नहीं सकती। क्या होता है, आपके पेरेंट्स के आसपास तो आप गारंटीड जाओगे 90% चांसेस में। 10% चांसेस कुछ ऐसे होते हैं जिसमें आप थोड़े से पेरेंट्स से छोटे या एक्सेसिव बड़े हो जाते हो, वो 10% चांसेस होते हैं। दुनिया में कोई ऐसी एक्टिविटी नहीं है या कोई ऐसा फूड नहीं है जो आपकी हाइट बढ़ा दे या रोक दे। तो ये टोटल मिथ है, ठीक है। सेकेंडली, ये है कि जब आप अच्छा खाते हो और जब आप वर्कआउट करते हो किसी भी तरह का, सिर्फ रनिंग लटकना नहीं, ओके किसी भी तरह की फिजिकल एक्टिविटी प्लस गुड न्यूट्रिशन, वो जो आपकी हाइट की मैक्सिमम कैपेसिटी है ना वो उसको अनलॉक कर देती है। तो आप वहाँ पे तो उससे, अगर कुछ एक्सटर्नल फैक्टर्स की वजह से थोड़ा बहुत अगर आपकी हाइट स्लो बढ़ रही है या रुक रही है तो वो आपके पोटेंशियल तक पहुँचा देगा, ਓਕੇ बट उससे ऊपर नहीं जाने वाले हो। ਓਕੇ सो ये एक बहुत बड़ा मिथ रहता ਵੀਰੇ ਆਪਾਂ ਗੱਲ करिए ਜਿਹੜੇ ਤੁਸੀਂ 10% ਦੀ ਗੱਲ ਕਰਦੇ ਹੋ ਨਾ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਪੰਜਾਬੀ 'ਚ ਬੋਣਾ ਰਹਿ ਗਿਆ ਹਨਾ है। ਇਹ ਗੱਲ ਹੁੰਦੀ ਹੈ ਤੇ ਉਹ ਰੀਜ਼ਨ ਕੀ ਹੁੰਦਾ ਫਿਰ ਉਹਨਾਂ ਦਾ ਉਹ ਜੈਨੇਟਿਕਲ ਡਿਸਆਰਡਰਸ ਹੁੰਦੇ ਆ ਸਮਟਾਈਮਸ, ਤੁਹਾਡੇ ਜੀਨਸ ਉਸ ਲੈਵਲ ਤੱਕ ਗਰੋਥ ਹਾਰਮੋਨ ਸਿਕਰੀਟ ਨਹੀਂ ਕਰ ਪਾਉਂਦੇ ਜਾਂ ਓਕੇ ਫਿਰ ਕਈ ਵਾਰ ਐਕਸੈਸਿਵ ਸਿਕਰੀਟ ਕਰ ਦਿੰਦੇ ਜਿਹਦੇ ਕਰਕੇ ਗਰੋਥ ਇੰਨੀ ਜ਼ਿਆਦਾ ਓਵਰ ਗਰੋਥ ਹੋ ਜਾਂਦੀ ਕਿਉਂਕਿ ਹੈ। ਹੁਣ ਇੱਕੋ ਹੀ ਪੇਰੈਂਟਸ ਹੁੰਦੇ ਆ ਉਹਦਾ ਇੱਕ ਬੱਚਾ ਲਾ ਲਓ 4.5 5 ਫੁੱਟ ਦਾ ਦੂਜਾ ਲਾ ਲਓ 5 10 11 ਦਾ ਹਨਾ ਤੇ ਇਹਦਾ ਫਿਰ ਕੀ ਡਿਫਰੈਂਸ ਹੋਊਗਾ ਉਹੀ ਹੈ ਜੈਨੇਟਿਕਲ ਪੋਟੈਂਸ਼ੀਅਲ, ਕਿਸੇ ਦਾ ਜੈਨੇਟਿਕਸ ਜਾਂ ਅੰਦਰ ਨਾ ਕੁਝ ਹਾਰਮੋਨਲ ਇਸ਼ੂਜ਼ ਹੋਣ ਕਰਕੇ ਪ੍ਰੋਬਲਮ ਹੋ ਸਕਦੀ ਹੈ। ਸੋ ਮਤਲਬ ਇਹ ਹੈ ਕਿ 10% ਤਾਂ ਹਮੇਸ਼ਾ ਲਾਈਕ ਕੁਝ ਵੀ ਹੋ ਸਕਦਾ ਓਕੇ ਹੈ। ਸੋ ਤੇ ਇਹਦਾ ਕੋਈ ਆਪਾਂ ਕਹੀਏ ਜਿਵੇਂ ਕੋਈ ਬੋਣਾ ਰਹਿ ਗਿਆ ਹਨਾ ਇਹਦਾ ਕੋਈ ਸੋਲੂਸ਼ਨ ਹੁੰਦਾ ਕੋਈ ਜਾਂ ਨਹੀਂ ਸੋਲੂਸ਼ਨ ਨਹੀਂ ਹੈ। ਅਗਰ ਕੋਈ ਵੀ ਤੁਹਾਨੂੰ ਕਹਿ ਰਿਹਾ ਨਾ ਬਈ ਮੈਂ ਇਹ ਫੂਡ ਖਾ ਲਾ, ਇਹ ਕਰ ਦੂੰ, ਇਹ ਕੈਪਸੂਲ ਖਾ ਲਾ, ਹਾਈਟ ਵੱਧ ਜੂ, ਇਦਾਂ ਲਟਕ ਲਾ, ਆਈ ਚੈਲੰਜ ਯੂ ਉਸ ਬੰਦੇ ਨੂੰ ਮੇਰੇ ਕੋਲ ਲੈ ਆਓ ਤੇ ਉਹਨੂੰ ਕਹਿ ਦਿਓ ਕਿ 10-10 ਲੱਖ ਦੀ ਸ਼ਰਤ ਲਗਾ ਲਾ ਵੀਰ, ਜੇ ਉਹਨੇ ਹਾਈਟ ਵਧਾਤੀ ਮੈਂ 10 ਲੱਖ ਦਊਂਗਾ, ਨਹੀਂ ਤਾਂ ਮੈਨੂੰ ਦੇ ਜਾਣਾ। ਵੀਰੇ ਆਪਾਂ ਗੱਲ ਕਰੀਏ ਨਾ ਆਪਾਂ ਜਿੱਥੇ ਵੀ ਜਾਂਦੇ ਆ ਨਾ ਆਟੋਆਂ ਦੇ ਪਿੱਛੇ ਲੱਗਿਆ ਹੁੰਦਾ ਸੰਪਰਕ ਕਰੇ ਗਰੰਟੀ ਨਹੀਂ ਤਾਂ ਪੈਸੇ ਵਾਪਸ ਹੈ ਨਾ ਹਾਈਟ बढ़ाएं ਜਾਂ ਪਤਲਾ ਹੋ ਜਾਏ ਹੈ ਨਾ ਉਹ ਕੀ ਫੰਡੇ ਹੁੰਦੇ ਆ ਫਿਰ ਬ੍ਰਦਰ, ਹਰ ਇੱਕ ਚੀਜ਼ ਮਾਰਕੀਟਿੰਗ ਹੈ। ਤੇ ਫਿਰ ਪੈਸੇ ਵਾਪਸ ਦਾ ਜਿਹੜਾ ਉਹਨਾਂ ਨੇ ਲਿਖਿਆ ਹੁੰਦਾ ਵਾ ਕਿੰਨੇ ਮੇਰੀ ਗੱਲ ਸੁਣੋ, ਕਿੰਨੇ ਕੁ ਪੈਸੇ ਲੈ ਲੈਂਦੇ, ਪਹਿਲੀ ਗੱਲ ਉਹ। ਦੂਸਰੀ ਗੱਲ, 10 ਜਣੇ ਤੇ ਜਾ ਰਹੇ ਆ, ਓਕੇ, ਤੁਸੀਂ ਕਦੇ ਨਾ ਕਦੇ ਕੁਛ ਏਦਾਂ ਦੀ ਚੀਜ਼ ਪਰਚੇਜ਼ ਕੀਤੀ ਹੋਣੀ ਜਿਹਦੇ 'ਚ ਮਨੀ ਬੈਕ ਗਾਰੰਟੀ ਸੀ, ਕਦੇ ਨਾ ਕਦੇ ਤਾਂ ਕੀਤੀ ਹੋਣੀ। ਹੂੰ ਬਾਏ ਚਾਂਸ ਉਹ ਚੀਜ਼ ਨਹੀਂ ਚੱਲੀ ਜਾਂ ਜੋ ਵੀ ਹੈ, ਕਿੰਨੀ ਕੁ ਵਾਰ ਪੈਸੇ ਕੰਪਨੀ ਵੀ ਵਾਪਸ ਨਹੀਂ ਲਏ? ਚੱਲਦੀ ਹੈਗੀ ਬਾਅਦ ਚ ਗਾਇਬ ਹੋ ਜਾਂਦੀ ਆ ਉਹ ਵੀ ਛੱਡੋ, ਤੁਸੀਂ ਕਿੰਨੀ ਕੁ ਵਾਰ ਪੈਸੇ ਵਾਪਸ ਲਏ? ਨਹੀਂ ਕਦੇ ਵੀ ਨਹੀਂ ਕੋਈ ਵੀ ਨਹੀਂ ਲੈਂਦਾ। ਉਹ ਲੱਗਦਾ ਯਾਰ ਠੀਕ ਹੈ ਬਸ, ਜੋ ਹੋ ਗਿਆ ਹੋ ਗਿਆ, ਕੁਛ ਨਹੀਂ ਹੁੰਦਾ। ਕੋਈ ਦੇਸੀ ਮਤਲਬ ਹੋ ਗਏ, ਆਈ ਐਮ ਨਾਟ ਅ ਡਾਕਟਰ ਬਟ ਮੈਂ ਐਜੂਕੇਟਿਡ ਹਾਂ, ਸੋ ਆਈ ਨੋ ਦਿਸ ਥਿੰਗ। ਤੁਹਾਡੇ ਜੈਨੇਟਿਕਲ ਪੋਟੈਂਸ਼ੀਅਲ ਤੋਂ ਜ਼ਿਆਦਾ ਕੋਈ ਤੁਹਾਨੂੰ ਪੁਸ਼ ਨਹੀਂ ਕਰ ਸਕਦਾ। ਹੂੰ ਸਿੰਪਲ, ਨਹੀਂ ਵਧੂਗੀ ਜੋ ਮਰਜ਼ੀ ਕਰ ਲਓ।
ਸੋ ਵੀਰੇ ਆਪਾਂ ਗੱਲ ਕਰੀਏ ਨਾ, ਆਪਾਂ ਇਹ ਟੌਪਿਕ ਜਿੰਨੇ ਵੀ ਆਪਾਂ ਕੀਤੇ ਹੋ ਗਏ ਮੁੰਡਿਆਂ ਵਾਲੀ ਹਨਾ, ਤੇ ਆਪਣੇ ਵਿਊਅਰ ਕੁੜੀਆਂ ਵੀ ਨੇ, ਚਾਹੇ ਘੱਟ ਹੀ ਪਰਸੈਂਟੇਜ ਪਰ ਹੈਗੀਆਂ ਨੇ ਹਨਾ। ਸੋ ਮੈਂ ਚਾਹੁੰਦਾ ਕਿ ਮੇਰੀ ਵੀਰੇ ਪਹਿਲੇ ਦਿਨ ਤੋਂ ਇਹੀ ਰਿਹਾ ਕਿ ਜੇ ਮੈਂ ਵੀਡੀਓ ਪਾ ਰਿਹਾ ਵਾਂ ਉਹਦੇ ਚੋਂ ਨਾ ਕਿਤੇ ਕਿਸੇ ਨੂੰ ਕੁਛ ਸਿੱਖਣ ਨੂੰ ਮਿਲੇ ਜਾਂ ਕਿਸੇ ਦਾ ਕੋਈ ਫਾਇਦਾ ਹੋਵੇ, ਤਾਂ ਹੀ ਮੇਰੇ ਪਾਏ ਦਾ ਫਾਇਦਾ ਵਾ, ਨਹੀਂ ਪਾਉਣ ਦਾ ਕੋਈ ਫਾਇਦਾ ਨਹੀਂ। ਵਿਊ ਘੱਟ ਵੱਧ ਦਾ ਤਾਂ ਚਲੋ ਚੱਲਦਾ ਰਹਿੰਦਾ ਫੰਡਾ ਹਨਾ। ਤੇ ਆਪਾਂ ਗੱਲ ਕਰੀਏ ਹਨਾ, ਕੁੜੀਆਂ ਦੇ ਵੀ ਕਾਫੀ ਮਿੱਥ ਹੁੰਦੇ ਨੇ ਰਾਈਟ, ਤੇ ਉਹਦੇ ਵਿੱਚ ਤੁਹਾਨੂੰ ਕੀ ਫੇਸ ਕਰਨ ਨੂੰ ਮਿਲਦਾ, ਕਿਉਂਕਿ ਨਾ ਕੁੜੀਆਂ ਜਦੋਂ ਵਿੱਚ ਆ ਜਾਂਦਾ ਨਾ ਕਿਤੇ ਸੈਂਸਿਟਿਵ ਪੁਆਇੰਟ ਆ ਜਾਂਦਾ ਹਨਾ, ਤੇ ਉਹਦੇ ਵਿੱਚ ਟ੍ਰੇਨਰ ਲਈ ਕਿਤੇ ਨਾ ਕਿਤੇ ਇੱਕ ਟਾਸਕ ਬਣ ਜਾਂਦਾ ਵਾ ਕਿ ਉਹਨੂੰ ਸੋਲਵ ਕਰਨ ਦਾ ਜਾਂ ਉਹਨਾਂ ਦੇ ਮਿਥਸ ਨੂੰ ਕਲੀਅਰ ਕਰਨ ਦਾ ਰਾਈਟ। ਕਿਉਂਕਿ ਜਿਹੜੇ ਜਿਮ ਬਾਡੀ ਬਣਾ ਲਈ ਹਨਾ, ਉੱਥੇ ਕੀ ਹੁੰਦਾ ਕਿ ਕੁੜੀਆਂ ਨੇ ਬਾਡੀ ਬਣਾ ਲਈ, ਕਿਤੇ ਹੁਣ ਬੰਦਾ ਹੀ ਲੱਗਦਾ ਜਾਂ ਫਿਰ ਹਨਾ, ਇਹ ਚੀਜ਼ਾਂ ਹੁੰਦੀਆਂ ਨੇ ਬਈ। ਇਹ ਸਾਡੇ ਇਹ ਨਾ ਲਾਈਓ ਕਿ ਸੋਚ ਆ ਵੀਰੇ। ਗੱਲ ਦੱਸਾਂ ਕੀ ਆ, ਜਿਹੜੇ ਥੱਲੇ ਲਿਖਦੇ ਆ ਨਾ ਕਿ ਤੁਹਾਡੀ ਸੋਚ ਮਾੜੀ ਆ, ਉਹ ਗੱਲਾਂ ਆਪ ਵੀ ਇਹੋ ਜਿਹੀਆਂ ਕਰਦੇ ਹੁੰਦੇ ਆ। ਬਸ ਫਰਕ ਇੰਨਾ ਕਿ ਉਹ ਪਬਲਿਕਲੀ ਨਹੀਂ ਕਰਦੇ, ਕਿਉਂਕਿ ਉਹ ਪਬਲਿਕਲੀ ਹੁੰਦੇ ਨਹੀਂ। ਅਸੀਂ ਪਬਲਿਕਲੀ ਅਸੀਂ ਸਾਰਿਆਂ ਨੂੰ ਨੋਟਿਸ ਕਰਕੇ ਹੀ ਗੱਲਾਂ ਕਰਦੇ ਆ। ਸਾਡਾ ਵੀ ਦਿਮਾਗ ਤੁਹਾਡੇ ਸਾਰਿਆਂ ਦੀ ਗੱਲਾਂ ਸੁਣ ਕੇ ਹੀ ਬਣਦਾ, ਸਿੰਪਲ ਜੀ ਗੱਲ ਹੈ ਨਾ। ਤੇ ਵੀਰੇ ਇਸ ਦੇ ਬਾਰੇ ਆਪਾਂ ਕੀ ਕਹਿਣਾ ਚਾਹੁੰਦੇ ਆ? ਓਕੇ, ਸੋ ਕੁੜੀਆਂ ਦੇ ਰਿਲੇਟਡ 2-3 ਚੀਜ਼ਾਂ ਜੋ ਜ਼ਿਆਦਾ ਅਸੀਂ ਫੇਸ ਕਰਦੇ ਆ ਨਾ, ਸੋ ਐਜ਼ ਅ ਕੋਚਿਸ ਅਸੀਂ ਜੋ ਫੇਸ ਕਰਦੇ ਆ ਉਹ ਇਹ ਹੈ ਕਿ ਵਨ ਥਿੰਗ ਇਜ਼ ਕੁੜੀਆਂ ਵੇਟਸ ਚੱਕਣ ਤੋਂ ਡਰਦੀਆਂ ਨੇ। ਹੂੰ, ਉਹਨਾਂ ਦੇ ਇੱਕ ਇਹ ਡਰ ਹੁੰਦਾ ਹੈ ਕਿ ਜੇ ਅਸੀਂ ਵੇਟ ਟ੍ਰੇਨਿੰਗ ਕਰਾਂਗੇ ਤਾਂ ਅਸੀਂ ਮਰਦਾਨਾ ਜੇ ਬਣ ਜਾਾਂਗੇ, ਮੁੰਡਿਆਂ ਵਰਗੇ ਹੋ ਜਾਾਂਗੇ। ਇਸੇ ਕਰਕੇ ਉਹ ਜ਼ਿਆਦਾਤਰ ਕਾਰਡੀਓ ਨੂੰ ਸਟ੍ਰਿਕਟ ਕਰਦੀਆਂ ਨੇ ਕਿ ਉਹ ਜ਼ਿਆਦਾਤਰ ਦੇ ਵਰਕ ਫॉर ਕਾਰਡੀਓ ਹੁੰਦੀ ਕਿ ਸਿਰਫ ਕਾਰਡੀਓ ਕਰਨਾ ਹੈ ਤੇ ਦੈਟ ਇਜ਼ ਇਨਫ ਫॉर them। ਸੋ ਮੈਂ ਜਿੰਨੀ ਵੀ ਫੀਮੇਲ ਵਿਊਅਰਸ ਹੈ, ਮੈਂ ਤੁਹਾਨੂੰ ਲਿਟਰਲੀ ਰਿਕੁਐਸਟ ਕਰਦਾ ਇਸ ਚੀਜ਼ ਨੂੰ ਕਿ ਪਲੀਜ਼ 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 ਐਡ वेट्स टू योर ट्रेनिंग। बहुत ज़रूरी है वेट ट्रेनिंग करना। अगर आप लोग सिर्फ कार्डियो करोगे, कार्डियो से क्या होता है, कार्डियो से वेट लॉस होता है, ठीक है। अगर अब नाउ द थिंग इज कि कार्डियो को ये नहीं पता कि वेट आपके मसल का उड़ाना है या फैट का उड़ाना है। जब आप सिर्फ कार्डियो से वेट लॉस करोगे तो आपका मसल और फैट दोनों चीज़ें उड़ेंगी, और अगर मसल उड़ा तो आपकी बॉडी शैगी हो जाएगी, जिमें पंजाबी जापा ढिल्ली जी कहना ढिलस की बॉडी, वो वैसी लगेगी फिर आपकी, ठीक है। अगर आप कार्डियो के साथ वेट ट्रेनिंग रखोगे तो बॉडी टोन्ड लुक में रहेगी, फर्म रहेगी बॉडी आपकी। तो आपको ऑब्वियसली इतने हैवी वेट्स जितने लड़के उठाते हैं उतना नहीं करना है, दिस इज नॉट व्हाट यू हैव टू डू। आपको एक मिनिमम अमाउंट में यू हैव टू डू वेट ट्रेनिंग, ताकि जो मसल्स हैं वो सस्टेन रहें, क्योंकि मसल्स सिर्फ और सिर्फ वेट ट्रेनिंग से ही आप रोक सकते हो, नहीं तो मसल्स आपकी बॉडी में नहीं रुकेंगे। सो यू हैव टू वर्क फॉर योर मसल्स, और उसके लिए आपको वेट ट्रेनिंग करनी पड़ेगी। सो यू डिवाइड योर स्टफ। मान लो अगर 1 घंटा आप जिम में जाते हो, सो 30 से 35 मिनट की वेट ट्रेनिंग प्लस 20 से 25 मिनट का कार्डियो, दैट्स एन ऑसम वर्कआउट सेशन। ओके। एंड आप बिल्कुल भी मर्दाना नहीं हो जाओगे, आई गारंटी यू दिस थिंग। आपके अंदर वो हार्मोन ही नहीं है जो इतने बड़े बड़े मसल्स बना देगा। इतने बड़े मसल्स बनाने के लिए हमें जो मेन हार्मोन चाहिए वो चाहिए टेस्टोस्टेरोन, जो मेल हार्मोन है, जो लड़कों के में होता है। आपके अंदर तो वो हार्मोन ही नहीं है। आई चैलेंज यू, कोई भी लड़की आप में से मेरे बराबर की वेट ट्रेनिंग कर लो, मेरे बराबर का खाना खा लो, और मेरे जितने मसल्स बना के दिखा दो, मैं चैलेंज करता हूँ बना ही नहीं पाओगे, क्योंकि मेरे अंदर टेस्टोस्टेरोन है, आपके अंदर वो है ही नहीं। तो पॉसिबल ही नहीं। आप जितना मर्जी जोर लगा लो, आप क्या होगा, जितना ज़्यादा वेट ट्रेनिंग करोगे आप उतनी कटिंग में जाते जाओगे, उतनी शेप में आते जाओगे, उतने कट्स एंड कर्व्स आपके सुंदर लगते जाएंगे। तो वेट्स को ऐड करो। ਤੇ ਵੀਰੇ ਆਪਾਂ ਗੱਲ ਕਰੀਏ ਹਨਾ, ਇਹ ਤਾਂ ਚਲੋ ਇਹ ਤਾਂ ਆਪ ਟੌਪਿਕ ਹੋ ਗਿਆ ਹਨਾ, ਜਿਵੇਂ ਪੀਸੀਓਡੀ ਆ ਨਾ, ਇੱਕ ਬਹੁਤ ਵੱਡਾ ਮੁੱਦਾ ਵੀ ਆ। ਹੁਣ ਮੇਰੇ ਹਿਸਾਬ ਨਾਲ ਪਬਲਿਕਲੀ ਲੋਕੀ ਗੱਲ ਲਿਆਣੀ ਸ਼ੁਰੂ ਕਰ ਚੁੱਕੇ ਨੇ ਨਾ। ਮੈਂ ਵੀ ਇਹ ਦੂਜੇ ਤੀਜੇ ਪੋਡਕਾਸਟ 'ਚ ਗੱਲ ਕਰ ਰਿਹਾ ਪੀਸੀਓਡੀ ਦੀ ਹਨਾ। ਤੇ ਪੀਸੀਓਡੀ ਜਿਨ੍ਹਾਂ ਨੂੰ ਹੁੰਦੀ ਆ ਉਹ ਕਿਤੇ ਨਾ ਕਿਤੇ ਇਦਾਂ ਹੱਲ ਹੋ ਸਕਦਾ ਇਹਦੇ ਵਿੱਚ? ਓਕੇ, ਸੋ ਵਨ ਥਿੰਗ ਇਜ਼ ਆਪਾਂ ਸਿਰਫ ਪੀਸੀਓਡੀ ਬਾਰੇ ਗੱਲ ਨਹੀਂ ਕਰਦੇ। ਐਕਚੁਅਲੀ ਦਿਸ ਇਜ਼ ਅ ਹਾਰਮੋਨਲ ਪ੍ਰੋਬਲਮ। ਆਪਾਂ ਹਰ ਇੱਕ Overall, ਹਾਰਮੋਨਲ ਪ੍ਰੋਬਲਮ ਨੂੰ ਇਕੱਠੇ ਕਵਰ ਕਰ ਲੈਣਾ ਹੈ, ਰਾਈਟ। ਕਿਉਂਕਿ ਇੱਕ ਇੱਕ ਟੌਪਿਕ ਤੇ ਚੱਲਾਂਗੇ ਬਹੁਤ टाइम लग जाएगा ना। सो लेट्स मेक इट शॉर्ट एंड सिंपल। ਬਿਲਕੁਲ ਸਹੀ। आजकल की जनरेशन को, ठीक है, हार्मोनल इश्यूज बहुत ज़्यादा हो रहे हैं, वो भी कम उम्र में। 80% ਆਲਮੋਸਟ ਕਹਿੰਦੇ। हाँ, अब जितने भी, ओके, सो आई विल आस्क यू पीपल टू कमेंट डाउन, अगर आपको या आपके नोन में किसी को भी हार्मोनल इशू है, किसी भी फीमेल को, तो प्लीज़ कमेंट करना नीचे ज़रूर। उसी से आपको आइडिया हो जाएगा कि कितने लोगों को हार्मोनल इशू है, एंड यू विल लिटरली लाइक बी सरप्राइज टू सी कि इतने लोगों को। अब कैसे ये हो ही क्यों रहा है? सबसे पहले तो होता नहीं था, अब क्यों हो रहे हैं इतने हार्मोनल इश्यूज? सिर्फ 2 रीजंस, लैक ऑफ फिजिकल एक्टिविटी एंड बैड ईटिंग हैबिट्स। ओके। हम गंदा खा रहे हैं,
और कुछ वर्कआउट नहीं कर रही, उसकी वजह से हमारे हॉर्मोन्स डिस्टर्ब हो रहे हैं। लड़कियों में ये ऐसी बीमारियां बन के बाहर आ जाती हैं, ठीक है, एंड लड़कों में ये ज़्यादातर क्या रहता है, इनका भी हार्मोनल डिसबैलेंस हो जाता है, उनके मेटाबॉलिज्म पे फ़र्क पड़ता है, ठीक है, या तो बंदा पतला ही होता जाएगा या मोटा ही होता जाएगा, ठीक है, डिप्रेशन में चला जाएगा, ये सारी चीज़ें, नेगेटिविटी, ये हर एक चीज़ दो ही चीज़ों से रिलेटेड है, वर्कआउट नहीं करना और गंद मंद खाना। एंड आजकल की जनरेशन लिटरली, उनको वो शायद दिन में एक बार भी ना, शायद एक बार भी ढंग का खाना नहीं खाती होगी, जो गाँव की तरफ है या फिर जो थोड़े लाइक ना थोड़ा-सा, ਪਿੰਡਾਂ ਦੇ ਕਹਿ ਲਓ हाँ, ਆਪਾਂ वो लोग तो फिर भी खा रहे हैं, जो शहरों की तरफ है ना और जितनी मॉडर्न सिटीज़ है, पिज़्ज़े, बर्गर भाई साहब यही चल रहा है, रोटी चावल की तरफ तो ध्यान ही ਹੁਣ नहीं ਤਾਂ ਵੀਰੇ ਪਿੰਡਾਂ 'ਚ ਹੀ ਵੇਖਦਾ ਵਾਂ ਜਿੱਥੇ ਕੋਈ ਕੈਫੇ ਖੋਲੇ ਨਾ ਉਹਨੂੰ ਕਹਿੰਦੇ ਆ ਹਾਏ ਹਾਏ ਇਹ ਪਿੰਡ ਅਪਡੇਟਡ ਆ, ਇਹ ਮਾਡਰਨ ਆ। हाँ, ਬੰਦਾ ਕਹੇ ਵੀ ਪਿੰਡ ਰਹਿ ਕਾਹਦਾ ਗਿਆ ਜੇ ਉਹਦੇ ਕੈਫੇ ਆ ਗਏ ਜਾਂ ਫਿਰ ਨਾ ਡੋਮਿਨੋਜ਼ वगैरह आ गया है ना। ठीक है, मतलब ये चीज़ें एन्जॉयमेंट के लिए अच्छी हैं, करनी चाहिए, मतलब ठीक है, कभी-कभार खाओ ऐसा, बट कभी-कभार हाँ। खाओ। आपके हर मील ऐसे ही हो रहे हैं और उसी की वजह से सारे हार्मोनल इश्यूज़ हो रहे हैं। ट्रस्ट मी, मेरे खुद के जिम में, ओके, सो मैं थोड़ा-सा अगेन इसमें थोड़ी-सी अपनी इंट्रो डालता हूँ। सो आई एम अगेन सर्टिफाइड इन स्पेशल पॉपुलेशन। सो हमारी फील्ड में स्पेशल पॉपुलेशन उसको बोला जाता है जिसको कोई मेडिकल कंसर्न हो, कोई भी मेडिकल कंसर्न, ठीक है? सो जैसे पीसीओडी, पीसीओएस हो गया, डायबिटीज़ हो गया, थायराइड हो गया, काफ़ी चीज़ें, किसी को सर्वाइकल का इशू है, लोअर बैक पेन है, पोस्चरल इश्यूज़ हैं, तो इन सब में मेरी स्टडीज़ हो रखी हैं एंड मैं ज़्यादातर इन्हीं लोगों के साथ काम करता हूँ एंड ट्रस्ट मी, मैंने दवाइयाँ छुड़वा दी लोगों की। हाँ, हाँ। पीरियड्स लोग लड़कियों को टाइम टू टाइम आ रहे हैं, हुँ। मेंस्ट्रुअल साइकिल्स उनका ठीक हो गया, ठीक है, जो डायबिटिक है उनकी दवाइयाँ छूट गई, इंजेक्शन छूट गए उनके, थायराइड ठीक होने लग गया, मेटाबॉलिज्म अच्छा होने लग गया, पतला मोटा तो सारे ही करते हैं, वो छोड़ो, मैं इन चीज़ों पे काम करता हूँ, विच इज़ माय स्पेशलिटी, कि इन चीज़ों से बाहर कैसे आना है। राइट। किस चीज़ से? कोई दवाई नहीं दी भाई, कोई कुछ नहीं, अच्छा खाना पीना खिलाया, अच्छा वर्कआउट करवाया एंड वो ठीक हो गए। ਤੇ ਵੀਰੇ ਆਪਾਂ ਗੱਲ ਕਰੀਏ ਨਾ ਆਪਣਾ ਜੰਕ ਫੂਡ ਜਿਵੇਂ ਆਪਾਂ ਬੇਸਿਕਲੀ ਗੱਲ ਕਰਦੇ ਸੀ। ਅੱਜ ਕੱਲ੍ਹ ਕੀ ਹੈ ਯਾਰ ਹੁੱਕਾ ਹੋ ਗਿਆ ਬੇਸਿਕਲੀ ਕੁੜੀਆਂ ਦੀ ਗੱਲ ਕਰੀਏ ਨਾ, ਮੁੰਡਿਆਂ 'ਚ ਵੀ ਚੱਲਦਾ ਪਰ ਕੁੜੀਆਂ 'ਚ ਥੋੜ੍ਹਾ ਜਿਹਾ ਨਾ ਇਹਨੂੰ ਨਾ ਜਿਵੇਂ ਹੁੱਕਾ ਗੋਲੇ ਜਿਹੇ ਬਣਾ ਲਏ ਹਨਾ, ਜੋ ਸਾਡੇ ਵਰਗੇ ਨੇ ਕਦੀ ਲਾਏ ਨਹੀਂ ਨਾ ਪਤਾ। ਹੁਣ ਲੋਕਾਂ ਨੂੰ ਲੱਗਦਾ ਸੀ ਕਲਾਸ ਆ ਸਾਡਾ, ਸਟੈਂਡਰਡ ਆ, ਸਾਡੀ ਚੜ੍ਹਾਈ ਆ, ਵੋਡਕਾ ਪੀ ਲਿਆ, ਤੂੰ ਪੀਂਦਾ ਨਹੀਂ, ਤੂੰ ਕੁਛ ਨਹੀਂ, ਤੂੰ ਪਾਗਲ ਆ। ਇਹ ਜਿਹੜੀ ਮੈਂਟੈਲਿਟੀ ਹੈ ਇਹ ਤੁਹਾਨੂੰ ਫਿਰ ਕਿਵੇਂ ਤੁਸੀਂ ਕਰਦੇ ਹੋ ਤੇ ਟੈਕਲ ਜੇ ਤੁਹਾਡੇ ਕੋਲ ਇੱਦਾਂ ਦੇ ਕਲਾਇੰਟ ਆਉਂਦੇ ਹੋਣਗੇ ਕਿਉਂਕਿ ਹਾਈ ਕਲਾਸ ਯਾਰ ਹੁੱਕਾ ਲਾ ਰਿਹਾ ਮਤਲਬ ਬੰਦਾ ਹਾਈ ਕਲਾਸ ਆ, ਲੈਵਲ ਦਾ ਬੰਦਾ ਵਾ। ਮਤਲਬ ਇਹ ਮੈਂਟੈਲਿਟੀ ਦਾ ਕੀ ਸਿਸਟਮ ਆ ਮੈਨੂੰ ਨਹੀਂ ਸਮਝ ਆਇਆ। ਮੈਂ ਤੁਹਾਨੂੰ ਦੱਸਦਾ, ਦੇਖੋ ਇਹ ਸਿਰਫ ਨਾ ਨਜ਼ਰੀਆ। ਹੁਣ ਹੂੰ, ਤੁਸੀਂ ਇੱਕ ਚੀਜ਼ ਦੱਸੋ, ਤੁਹਾਡੇ ਸਾਹਮਣੇ ਨਾ ਮੈਂ 2 ਬੰਦੇ ਖੜੇ ਕਰਦਾ, ਇੱਕ ਬੰਦਾ ਤੁਹਾਡੇ ਸਾਹਮਣੇ ਉਹੀ ਹੁੱਕਾ ਪੀ ਰਿਹਾ, ਛੱਲੇ-ਛੁੱਲੇ ਬਣਾ ਰਿਹਾ, ਇੱਕ ਬੰਦਾ ਤੁਹਾਡੇ ਸਾਹਮਣੇ ਪ੍ਰੋਪਰ ਐ ਮਰਸੀਡੀਜ਼ ਚੋਂ ਨਿਕਲਿਆ, ਸੂਟਡ ਬੂਟਡ, ਉਹਨੇ ਅਰਮਾਨੀ ਲਾ ਰੱਖੀ ਆ, ਅਰਮਾਨੀ ਪਾਇਆ ਹੋਇਆ, ਇੱਕ ਉਹ ਨਿਕਲ ਰਿਹਾ, ਕੌਣ ਅਮੀਰ ਹੈ? ਕਿਹਦਾ ਲਾਈਫਸਟਾਈਲ, ਕੌਣ ਕੂਲ ਹੈ? ਉਹੀ ਗੱਲ ਆ ਨਾ। ਇਟਸ ਆਲ ਅਬਾਊਟ ਪਰਸੈਪਸ਼ਨ। ਕਿਸੇ ਨੂੰ ਲੱਗਦਾ ਕਿ ਆਹ ਅਮੀਰੀ ਹੈ। ਟਰਸਟ ਮੀ, ਅੱਜ ਕੱਲ੍ਹ ਜਨਰੇਸ਼ਨ ਹੁੱਕਾ, ਅੱਧੇ ਲੋਕ ਇੱਦਾਂ ਦੇ ਆ ਜੋ ਮੇਰੇ ਨਾਲ ਗੱਲ ਕਰਦੇ, ਯਾਰ ਸਾਨੂੰ ਤਾਂ ਸਿਗਰਟ, ਹੁੱਕਾ ਪਸੰਦ ਵੀ ਨਹੀਂ, ਪਰ ਕਰਨਾ ਪੈਂਦਾ ਵੀ ਐ ਟੌਰ ਬਣਦੀ ਹੈ, ਰੀਲ ਬਣਾਉਣ ਲਈ ਕਰ ਰਹੇ। ਉਹ ਕੈਨ ਯੂ ਬਿਲੀਵ ਸਨੈਪਚੈਟ ਇਟ? ਹੋ ਗਈ, ਹਾਂ, ਉਹ ਸਟ੍ਰੀਕਾਂ ਹੋ ਚੀਜ਼ ਨਹੀਂ ਗਈਆਂ, ਕਰ ਰਹੇ। ਰੀਲਾਂ ਹੋ ਗਈਆਂ। ਉਹ ਆਪ ਖੁਦ ਕਹਿ ਰਹੇ ਨੇ ਕਿ ਸਾਨੂੰ ਪਸੰਦ ਵੀ ਨਹੀਂ ਹੈ, ਹੋਰ ਤਰ੍ਹਾਂ ਖੰਘ ਹੀ ਜਾਣਾ ਮੁੜ ਕੇ ਅਸੀਂ, ਪਰ ਕਰ ਰਹੇ ਨੇ ਕੂਲ ਦਿਖਣ ਲਈ। ਹੂੰ, ਕੂਲ ਦਿਖਣਾ, ਦਿਖਾਵਾ ਕੁਛ ਵੀ ਨਹੀਂ ਹੁੰਦਾ, ਕੂਲ ਬਣੋ। ਜੋ ਤੁਹਾਡੀ ਜੇਬ 'ਚੋਂ ਐ ਪੈਸੇ ਲਟਕੂਗੇ ਨਾ, ਦੈਟ ਇਜ਼ ਕੂਲ। ਇਹ ਚੀਜ਼ ਤੁਹਾਡੇ ਅੰਦਰ ਜਾ ਕੇ ਤੁਹਾਡੇ ਲੰਗਸ ਨੂੰ ਕਿੰਨਾ ਖਰਾਬ ਕਰ ਰਹੀ ਹੈ ਨਾ, ਮੈਂ ਇੱਥੇ ਕਿਆ ਦੱਸਾਂ, ਤੁਸੀਂ YouTube ਤੇ ਸਰਚ ਮਾਰ ਲਓ ਬਟ ਹੁੱਕਾ, ਮੈਂ ਉਹੀ ਸਿਗਰਟ। ਹੈਲਥ ਤੇ ਹੀ ਆ ਰਿਹਾ ਸੀਗਾ ਕਿ ਜਿਵੇਂ ਵੀਰੇ ਅੱਜ ਕੱਲ੍ਹ ਤਾਂ 16-17 ਸਾਲ ਦੀਆਂ ਕੁੜੀਆਂ ਲਾ ਲਓ ਹਨਾ, ਚਲੋ ਸਾਨੂੰ ਤਾਂ ਹੁੰਦਾ ਸੀਗਾ ਯਾਰ ਘਰਦਿਆਂ ਦੇ ਠੇਕੇ ਦਾ ਕਦੀ ਰਾਹ ਨਹੀਂ ਪਏ ਹੈਗੇ ਹਨਾ, ਕੁੜੀਆਂ 16-17 ਸਾਲਾਂ ਦੀਆਂ ਬੀਅਰ ਐਂ ਖੁੱਲ੍ਹਦੀਆਂ ਨੇ, ਐਂ ਛੱਲੇ ਬਣਦੇ ਨੇ, ਸਟਿੱਕਾਂ ਆਉਂਦੀਆਂ ਨਾ, ਸਟੋਰੀਆਂ ਨੇ। ਹੂੰ। ਜੇ ਸਾਡੇ ਵਰਗਾ ਸਾਊ ਬੰਦਾ ਉਹਨਾਂ 'ਚ ਚੱਲ ਜੇ ਨਾ, ਕਹਿ ਦੇਵੇ ਜਾ ਕੇ ਬਈ, ਅਗਲਾ ਕਹਿੰਦਾ ਚੱਲ ਲਾ ਲਾ, ਸਾਡੇ ਨਹੀਂ ਤੂੰ ਲਾਉਂਦਾ ਨਹੀਂ, ਮਤਲਬ ਏਦਾਂ ਹੈਰਾਨ ਹੋਣਗੇ ਜਿਵੇਂ ਕਿੰਨਾ ਕਿ ਤੀਰ ਮਾਰ ਲਿਆ ਹੁੰਦਾ ਨਾ, ਹੁੱਕਾ ਲਾ ਕੇ ਜਾਂ ਬੀਅਰ ਬੂਰ ਪੀ ਕੇ। ਦੇਖੋ ਥਿੰਗ ਇਜ਼ ਕਿ ਜਿਵੇਂ ਮੈਂ ਖੁਦ ਵੀ, ਮੈਂ ਜ਼ਿੰਦਗੀ 'ਚ ਅੱਜ ਤੱਕ ਕਿਸੇ ਨਸ਼ੇ ਨੂੰ ਮੂੰਹ ਨਹੀਂ ਲਾਇਆ, ਹੂੰ, ਹੂੰ, ਅੱਜ ਤੱਕ। ਤੇ ਆਹ ਨਹੀਂ ਕਿ ਮੇਰੇ ਫਰੈਂਡਸ ਨਹੀਂ ਕਰਦੇ ਸੀਗੇ, ਜਾਂ ਹੂੰ, ਮੈਂ ਚੰਡੀਗੜ੍ਹ 'ਚ ਰਹਿੰਦਾ, ਚੰਡੀਗੜ੍ਹ ਮਤਲਬ ਹੈ ਨਾ, ਪਤਾ ਹੀ ਹੈ ਵੀ ਹਾਂ, ਕਿਆ ਕੁਛ ਹੈ ਨਾ। ਸੋ ਮੈਂ ਉੱਠਿਆ ਬੈਠਾ ਵੀ ਉਹਨਾਂ ਨਾਲ, ਇਹ ਚੀਜ਼ਾਂ ਮੈਂ ਵੀ ਫੇਸ ਕੀਤੀਆਂ, ਬਟ ਮੈਨੂੰ ਇੱਕ ਚੀਜ਼ ਪਤਾ, ਜਾਂ ਤਾਂ ਮੈਂ ਇਹਨਾਂ ਦਾ ਇੱਦਾਂ ਦਾ ਕੋਈ ਕਮੈਂਟ ਸੁਣ ਲਾਂ ਹੂੰ, ਜੋ ਸਿਰਫ 2-3 ਸੈਕਿੰਡ ਦਾ ਹੋਊਗਾ, ਬਿਲਕੁਲ ਸਹੀ। ਜਾਂ ਮੈਂ ਆਪਦੀ ਲਾਈਫ ਦੇਖ ਲਾਂ ਜੋ ਮੈਨੂੰ ਅੱਗੇ ਜਾ ਕੇ, ਅੱਗੇ ਜਦੋਂ ਮੈਂ ਬੈੱਡ ਤੇ ਹੋਊਂਗਾ ਨਾ, ਉਸ ਟਾਈਮ ਤੇ ਮੈਂ ਹੀ ਉਹ ਚੀਜ਼ ਫੀਲ ਕਰ ਰਿਹਾ ਹੂੰ, ਹਾਂ।
ਆ ਬਿਮਾਰੀਆਂ ਕਰਕੇ ਜਾਂ ਚੀਜ਼ਾਂ ਕਰਕੇ। ਸੋ ਮੈਂ ਉਹ ਕਮੈਂਟ ਸੁਣਨ ਨੂੰ ਰੈਡੀ ਹਾਂ, ਯੂ ਹੈਵ ਟੂ ਬੀ ਸਟਰੋਂਗ ਯਾਰ, ਕਿੱਡੀ ਕੁ ਗੱਲ ਹੋਈ, ਇਹ ਐਡਾ ਜ਼ਰੂਰੀ ਨਹੀਂ ਹੈ। ਜੋ ਕੋਈ ਇੱਦਾਂ ਕਹਿੰਦਾ ਤੂੰ ਰੋਟੀ ਨਹੀਂ ਖਾਂਦਾ, ਹਾਂ ਦੈਟ ਇਜ਼ ਅ ਕੰਸਰਨ ਠੀਕ ਹੈ, ਹੁੱਕਾ ਨਹੀਂ ਪੀਂਦਾ, ਦਾਰੂ ਨਹੀਂ ਪੀਂਦਾ, ਸਿਗਰਟ ਨਹੀਂ ਪੀਂਦਾ ਵੀਰ ਕਿਆ ਹੋ ਗਿਆ? ਨਾਰਮਲ ਆ ਮਤਲਬ, ਹਾਂ ਪਰ ਲੋਕਾਂ ਨੇ ਨਾ ਮੈਂਟੈਲਿਟੀ ਇੱਕ ਵੀਰੇ ਦੱਸਿਓ, ਹੁੱਕਾ ਜਿਵੇਂ ਫਰਟੀਲਿਟੀ 'ਚ ਵੀ ਤੰਗ ਕਰਦਾ ਕੁੜੀਆਂ। ਦੇਖੋ ਇਹ ਚੀਜ਼ਾਂ ਨਾ ਕਾਫੀ, ਦੇਖੋ ਡਾਇਰੈਕਟਲੀ ਰਿਲੇਸ਼ਨ ਹੈ, ਮੈਂ ਆ ਨਹੀਂ ਕਹੂੰਗਾ, ਬਟ ਹਾਂ ਤੁਹਾਡਾ ਸਮੋਕਿੰਗ ਦੇ ਨਾਲ, ਹੁੱਕਾ ਦੇ ਨਾਲ ਮੈਨ ਤੇ ਵਿਮਨ ਦੋਨੋਂ ਇਨਫਰਟਾਈਲ ਹੁੰਦੀਆਂ ਨੇ ਹੌਲੀ ਹੌਲੀ ਵਿਦ ਟਾਈਮ। ਸੋ ਇੱਕ ਹੋਰ ਚੀਜ਼ ਦੱਸਦਾ, ਮਤਲਬ ਵੈਸੇ ਤਾਂ ਓਕੇ, ਸੋ ਡੋਂਟ ਟੇਕ ਇਟ ਇਨ ਦੈਟ ਵੇ। ਮੇਰੇ ਹਿਸਾਬ ਨਾਲ ਇਨਫਰਟਾਈਲ ਹੋਣਾ ਫਿਰ ਵੀ ਠੀਕ ਹੈ, ਪਰ ਸਮਟਾਈਮਸ ਕੀ ਹੁੰਦਾ ਆ, ਜੋ ਅੱਗੋਂ ਬੱਚਾ ਪੈਦਾ ਹੁੰਦਾ ਨਾ, ਉਹ ਡਿਸੇਬਲ ਪੈਦਾ ਹੋ ਜਾਂਦਾ, ਉਹਦੇ ਨਾਲ ਡੀਲ ਕਰਨਾ ਤਾਂ ਹੋਰ ਵੀ ਮੁਸ਼ਕਿਲ ਹੈ। ਇਹ ਤਾਂ ਹੋਵੇ ਹੀ ਨਾ ਨਿਆਣਾ, ਚਲੋ ਅਲੱਗ ਚੀਜ਼ ਹੋ ਗਈ, ਬਟ ਜਦੋਂ ਤੁਹਾਡੀ ਕੀਤੀ ਹੋਈ ਗਲਤੀਆਂ ਕਰਕੇ ਫਿਰ ਜਦੋਂ ਤੁਸੀਂ ਸਾਰੀ ਉਮਰ ਉਹਨੂੰ ਦੇਖਣਾ ਨਾ ਅੱਗੇ, ਉਦੋਂ ਸਮਝ ਆਊਗੀ ਫਿਰ ਅਸੀਂ ਬਾਬਿਆਂ ਸਾਰੀਆਂ ਨੂੰ, ਉਹ ਬੰਦੇ ਨੂੰ ਬਾਬੇ ਸਮਝਣਾ ਜੋ ਤੇ ਮਰਜ਼ੀ ਉਹਨਾਂ ਨੂੰ ਪੈਸੇ ਦੇ ਕੇ ਜੀ ਆਹ ਕਰ ਦੋ ਜੋ ਤੇ ਉਹ ਮਰਜ਼ੀ ਕਰ ਫਿਰ ਦੋ, ਹਨਾ। ਕੋਈ ਚੀਜ਼ ਹੈ। ਸੋ ਦੈਟ ਇਜ਼ ਰੋਂਗ, ਗਲਤ ਹੈ। ਕੂਲ ਨਾ ਦਿਖੋ, ਕੂਲ ਬਣੋ। ਇਹ ਸਾਰਾ ਇਫੈਕਟ ਵੀ ਮੈਂ ਤੁਹਾਨੂੰ ਦੱਸ ਰਿਹਾ ਸਿਨੇਮਾ ਤੋਂ ਆਇਆ ਹੋਇਆ। ਰਾਈਟ। ਲੋਕ ਸਿਨੇਮਾ ਤੋਂ ਬਹੁਤ ਉਹ ਦੇਖਦੇ ਆ, ਉਹ ਐਕਟਰ ਸਿਗਰਟ ਲਾ ਰਿਹਾ, ਹੁੱਕਾ ਪੀ ਰਿਹਾ, ਭਾਈ ਉਹਨੂੰ ਪੈਸੇ ਮਿਲਦੇ ਆ, ਤੇ ਉਹਦੇ ਕੋਲ ਪਤਾ ਕਿੰਨੇ ਡਾਕਟਰਸ ਹੋਣੇ, ਰੱਬ ਨਾ ਕਰੇ ਜੇ ਉਹਨੂੰ ਕੁਝ ਹੋ ਗਿਆ ਨਾ, ਐਦਾਂ ਅੱਗੇ ਪਿੱਛੇ ਡਾਕਟਰਸ ਤੇ ਵੀਰੇ ਇਹ ਵੀ ਕਨਫਰਮ ਥੋੜੀ ਕਿ ਉਹ ਲਾਉਂਦਾ ਹੀ ਪਿਆ ਵਾ, ਕੁਝ ਵੀ ਹੋ ਕੀ ਸਕਦਾ ਐਕਟਿੰਗ ਆ, ਚੱਲਦੀ, ਤੁਹਾਨੂੰ ਤਾਂ ਇਨ ਦਿਖਾ ਹਾਊਸ ਰਿਹਾ ਕੀ ਚੱਲਦਾ, ਇਹਦਾ ਆਪਾਂ ਨੂੰ ਪਤਾ ਹੀ ਨਹੀਂ ਕੁਝ ਵੀ। ਸੋ ਤੁਸੀਂ ਉਹਨੂੰ ਦੇਖ ਕੇ ਸੱਚੀ ਆਪਣੀ ਬੋਡੀ ਖਰਾਬ ਕਰੀ ਜਾ ਰਹੇ ਹੋ, ਵਿਚ ਇਜ਼ ਵੈਰੀ ਰੋਂਗ, ਨਾ ਕਰੋ। ਤੇ ਕੁੜੀਆਂ ਨੂੰ ਤਾਂ ਸਪੈਸ਼ਲੀ ਨਹੀਂ ਕਰਨਾ ਚਾਹੀਦਾ। ਤੁਸੀਂ ਤਾਂ ਅੱਗੇ ਜਾ ਕੇ ਨਾ, ਤੁਸੀਂ ਤਾਂ ਪ੍ਰੈਗਨੈਂਟ ਜਦੋਂ ਹੋਣਗੇ ਨਾ, ਤੁਸੀਂ ਮਾਂ ਬਣਨਾ ਅੱਗੇ ਜਾ ਕੇ, ਬਹੁਤ ਕੁਛ ਹੈ ਕੁੜੀ ਦੀ ਬੋਡੀ 'ਚ, ਤਾਂ ਇੰਨੇ ਜ਼ਿਆਦਾ ਹਾਰਮੋਨਲ ਚੇਂਜਸ ਇੰਨੇ ਜ਼ਿਆਦਾ ਹੁੰਦੇ ਆ ਨਾ, ਹਰ ਪੈਰ ਤੇ, ਨਹੀਂ ਕਰਨਾ ਚਾਹੀਦਾ ਇਹ ਸੋ ਵੀਰੇ ਅੱਜ ਜਿੰਨੀਆਂ ਵੀ ਗੱਲਾਂ ਅਸੀਂ ਕੀਤੀਆਂ ਨਾ, ਇਹ ਸਾਰੀਆਂ ਐਜੂਕੇਸ਼ਨਲ ਬੇਸਡ ਨੇ, ਇਹ ਕੋਈ ਸੁਣੀਆਂ ਸੁਣਾਈਆਂ ਗੱਲਾਂ ਨਹੀਂ। ਤੇ ਬਾਈ ਹੁਣੀ ਵਧੀਆ ਪ੍ਰੋਫੈਸ਼ਨਲੀ ਹਨਾ, ਮਤਲਬ ਸਟੱਡੀ ਕੀਤੀ ਹੋਈ ਹੈ ਸਾਰਾ ਕੁਝ, ਤੇ ਵੀਰੇ ਉਹਨਾਂ ਨੇ ਤੇ ਤੁਸੀਂ ਆਪਣਾ, ਤੁਸੀਂ ਦੱਸਿਆ ਨਾ ਪੜਾਇਆ ਵੀ ਹੋਏ ਸਟੂਡੈਂਟਸ ਨੂੰ, ਰਾਈਟ। ਜੀ ਤੇ ਆਪਾਂ ਥੋੜੀ ਜਿਹੀ ਲਾਸਟ ਤੇ ਆ ਗੱਲ ਕਰਦੇ ਹਾਂ, ਜਿਵੇਂ ਤੁਸੀਂ ਮੈਨੂੰ, ਆਪਾਂ ਫੋਨ ਤੇ ਗੱਲ ਹੋਈ ਸੀ ਕਿ ਕੈਨੇਡਾ ਅਸੀਂ ਮੈਕਡੋਨਲਡ ਤੇ ਕੰਮ ਕਰਨ ਦੀ ਲੋੜ ਨਹੀਂ, ਆਪਾਂ ਟ੍ਰੇਨਰ ਹਾਇਰ ਕਰ, ਤੂੰ ਉਹ ਮੈਨੂੰ ਇੱਕ ਐਂਡਿੰਗ ਤੇ ਆਪਾਂ ਉਹਦੇ ਤੇ ਕਰਤੀ ਹੈ। ठीक है। सो बेसिकली आई एम ऑल्सो अ टीचर। सो मैं पढ़ाता भी हूँ, ठीक है। सो मैं इंटरनेशनल लेवल पे सर्टिफिकेशंस करवाता हूँ, ठीक है। सो मैंने 4 साल इंडिया की लाइक जो सबसे बेस्ट अकेडमी है मैंने उसमें पढ़ाया है, ठीक है। सो दैट इज़ क्लासिक फिटनेस अकेडमी। तो मेरे लाइक थिंग इसके, जैसे जो बाहर जाते हैं ना लोग, बाहर जाके ज़्यादातर क्या करते हैं, मतलब मैकडोनल्ड्स पे लग रहे हैं ना, कुछ पेट्रोल पंप पे लग रहे हैं, लेबर का काम कर रहे हैं। तो अगर आप बाहर जा ही रहे हो तो आई विल सजेस्ट यू कि अगर आप कुछ ऐसी सर्टिफिकेशंस करके जाते हो, तो जहाँ पे हम आपको हम आपको पर्सनल ट्रेनर बनाते हैं, पूरा प्रॉपर न्यूट्रिशन का, ट्रेनिंग का गाइडेंस दे के, प्रॉपर आपको वो चीज़ें पढ़ा के फिर आपको भेजते हैं। तो जब आप वहाँ जाके आप इन इन सर्टिफिकेशंस के बेस पे, इस एजुकेशन के बेस पे, वहाँ पे आप एज अ पर्सनल ट्रेनर लग सकते हो। जहाँ आपने उन लोगों के नीचे काम करना है, आप जस्ट इमेजिन करो अब आप उन लोगों से काम करवा रहे हो, ਰਾਈਟ। एंड 1-1 घंटे का काफ़ी डॉलर्स चार्ज कर, मेरे खुद के स्टूडेंट्स काफ़ी चार्ज कर रहे हैं। ਤੇ ਵੀਰੇ ਆਪਾਂ ਗੱਲ ਕਰੀਏ, ਜੇ ਆਪਾਂ ਇੱਥੋਂ ਪੜ੍ਹ ਕੇ ਜਾਂਦੇ ਆ, ਤੇ ਇੱਥੋਂ ਵੀ ਚਾਂसेस ਹੁੰਦੇ ਆ ਕਿ ਵੀਜ਼ਾ ਲੱਗ ਜੂਗਾ ਕਿਸੇ ਤਰੀਕੇ। नहीं, ये दोनों रिलेटेड नहीं है, ओके। वो अलग है, वो अलग है। बट मैं ये कहूँगा कि अपनी एजुकेशन में एक ऐसी चीज़ डालो कि वहाँ जाके आपको हेल्प तो करे, ਸੋ ਵੀਰੇ क्योंकि ਇਹਦੀ ਗੱਲ ਕਰੀ, ਬੇਸਿਕਲੀ ਇਹਨੇ ਇੱਕ ਵਾਈਟ ਕਾਲਰ ਜੌਬ ਹੋ ਗਈ ਹੈ ਨਾ, ਤੇ ਇਹ ਸ਼ੌਂਕੀ ਕੰਮ ਹੋ ਗਿਆ। ਜਿਮ 'ਚ ਤੁਸੀਂ ਰਹਿਣਾ ਸਾਰਾ ਦਿਨ ਏਸੀ ਥੱਲੇ, ਹੈ ਨਾ, ਤੇ ਵਧੀਆ ਟ੍ਰੇਨ ਕਰੀ ਜਾਣਾ, ਤੇ ਵਧੀਆ ਤੁਸੀਂ ਚਾਰजेस ਵੀ ਲੈ ਸਕਦੇ ਹੋ। ਚਾਹੇ ਵੀਰੇ ਆਪਾਂ ਪਰਸਨਲ ਲੱਗ ਜੀ ਟ੍ਰੇਨਰ, ਚਾਹੇ ਆਪਾਂ ਨਾਰਮਲ ਜਿਮ ਟ੍ਰੇਨਰ ਲੱਗ ਜੀ, ਹੈ ਨਾ, ਸਟਾਰਟਿੰਗ ਹੋ ਸਕਦੀ ਹੈ। ਬਾਹਰ ਤਾਂ ਪਰਸਨਲੀ ਹੁੰਦੇ ਆ, ਬਾਹਰ ਤੁਹਾਨੂੰ ਉਹ ਨਹੀਂ ਹੈਗਾ ਇੱਧਰ ਵਾਲਾ ਹਿਸਾਬ, ਬਾਹਰ ਤਾਂ ਬਹੁਤ ਲੱਗ ਗਿਆ। ਬਾਹਰ Okay. ਤਾਂ ਇਫ ਯੂ ਵਾਂਟ ਅ ਟ੍ਰੇਨਰ ਯੂ ਹੈਵ ਟੂ ਪੇ, ਸਿੰਪਲ। ਓਕੇ। ਉਦਾਂ ਨਹੀਂ, ਇੱਧਰ ਵਾਲਾ ਹਿਸਾਬ नहीं है भी एक ट्रेनर रखे सारे जिम वाले ਨੂੰ ਉਹੀਓ कराई जा ठीक रहे हैं, ठीक नहीं। ठीक। अरे बहुत स्कोप है बाहर तो इन चीज़ों की, आप बस एक Okay. एजुकेशन लेके जाओ। क्योंकि देखो फिटनेस तो फिटनेस ही है, चाहे वो अमेरिका में है, चाहे वो इंडिया में है, चाहे वो पाकिस्तान में है, चाहे वो कहीं भी है, दुबई में है, वट फिटनेस के वही बंदा सेम है, हर जगह पे सेम इंसान है, वही फंडामेंटल्स चलते हैं। तो आप आराम से इधर पढ़ के जाओ, वहाँ पे आराम से ट्रेनिंग करवाओ, क्या दिक्कत है। ਸੋ ਵੀਰੇ ਆਪਾਂ ਗੱਲ ਕਰੀਏ ਹੈ ਨਾ, ਇਹਦੇ ਚਾਰजेस ਦੀ ਗੱਲ ਕਰ ਲਈਏ ਥੋੜੀ ਬਹੁਤੀ, ਜਿਵੇਂ ਕਿਸੇ ਨੇ ਕੋਰਸ ਕਰਕੇ ਬਾਹਰ ਜਾਣਾ, ਕਿਸੇ ਨੂੰ ਬਾਈ ਨੂੰ ਗੱਲ ਵਧੀਆ ਲੱਗੀ ਹੋਈ ਹੈ ਨਾ, ਤੇ ਉਹਦੀ ਥੋੜੀ ਮਿਨੀਮਮ ਆਪਾਂ ਸਟਾਰਟਿੰਗ ਕਰ ਲਈਏ, ਕਿੱਥੋਂ ਕੋਰਸ ਦੀ ਸਟਾਰਟਿੰਗ ਹੁੰਦੀ? ਸੋ ਮਿਨੀਮਮ ਤਾਂ ਲਾਈਕ ਚੀਜ਼ਾਂ 10-15 ਹਜ਼ਾਰ ਤੋਂ ਵੀ ਸ਼ੁਰੂ ਹੋ ਜਾਂਦੀਆਂ ਨੇ, ਐਂਡ ਈਵਨ ਜੋ ਪ੍ਰੋਪਰਲੀ ਤੁਸੀਂ ਕਰਨਾ ਵੀ, ਜੋ ਆਲ ਓਵਰ ਵਰਲਡ 'ਚ ਵੈਲਿਡ ਹੋਣ ਸਰਟੀਫਿਕੇਸ਼ਨਸ, ਉਹ ਈਵਨ 80,000 90,000 ਈਵਨ 1 ਲੱਖ ਤੱਕ ਵੀ ਜਾਂਦੀਆਂ ਨੇ। ਇਹਦੀ ਟਾਈਮਿੰਗ ਦੀ ਆਪਾਂ ਗੱਲ ਕਰੀਏ, ਕਿੰਨੇ ਟਾਈਮ ਪੀਰੀਅਡ ਲਈ ਹੁੰਦਾ ਸਰਟੀਫਿਕੇਸ਼ਨ? ਇਹ ਲਾਈਕ 3 ਕੁ ਮਹੀਨੇ ਦੀ ਸਰਟੀਫਿਕੇਸ਼ਨ ਹੁੰਦੀ ਹੈ। ਸੋ ਯੂ ਆਰ ਗੁੱਡ ਟੂ ਗੋ ਇਨ 3 to 4 months। ਓਕੇ। ਸੋ ਵੀਰੇ ਇਹ ਵੀ ਹੈ ਨਾ, ਤੁਹਾਨੂੰ ਇੱਕ ਮੌਕਾ ਵਾ, ਤੁਸੀਂ ਬਾਹਰ ਜਾ ਰਹੇ ਹੋ, ਹੈ ਨਾ, ਤੁਸੀਂ ਇਦਾਂ ਦੀ ਜੌਬ ਵੀ, ਕਈਆਂ ਨੂੰ ਸ਼ੌਂਕ ਹੁੰਦਾ ਜਿਮ ਦਾ, ਹੈ ਨਾ, ਤੇ ਉਹਨਾਂ ਲਈ ਮੇਰੇ ਹਿਸਾਬ ਨਾਲ ਇਹ ਬੈਸਟ ਚੀਜ਼ ਆ। ਤੇ ਵੀਰੇ ਆਪਾਂ ਇੱਥੇ ਵਾਈਂਡ ਅਪ ਕਰਦੇ ਹਾਂ ਨਾ ਅੱਜ ਦਾ ਜੀ ਜੀ ਪੋਡਕਾਸਟ। ਜੀ ਤੇ ਵੀਰੇ ਆਪਾਂ ਗੱਲ ਕਰੀਏ ਨਾ, ਬਾਈ ਨਾਲ ਆਪਾਂ ਦੁਬਾਰਾ ਵੀ ਪੋਡਕਾਸਟ ਕਰਾਂਗੇ, ਕਿਉਂਕਿ ਹਜੇ ਆਪਾਂ ਸਿਰਫ ਮੋਟੇ ਤੋਂ ਪਤਲਾ ਕੀਤਾ ਤੁਹਾਨੂੰ, ਹਜੇ ਪਤਲਿਆਂ ਤੋਂ ਮੋਟਾ ਵੀ ਕਰਨਾ, ਹੈ ਨਾ, ਤੇ ਉਹਦੇ ਲਈ ਆਪਾਂ ਪ੍ਰੋਪਰ ਇੱਕ ਹੋਰ ਪੋਡਕਾਸਟ ਲੈ ਕੇ ਆਵਾਂਗੇ। ਤੇ ਤੁਸੀਂ ਇਸ ਪੋਡਕਾਸਟ ਦੇ ਨਾਲ ਕਮੈਂਟ ਸੈਕਸ਼ਨ ਭਰ ਦੇਣੇ ਓਰੀਜਨਲ,
ਤੇ ਦੱਸਣਾ ਵਾ ਕੀ ਕੁਐਸਚਨ ਆਪਾਂ ਬਾਈ ਹੁਣਾਂ ਨੂੰ ਕਰੀਏ, ਤੇ ਜੇ ਤੁਹਾਨੂੰ ਕੁਝ ਗਲਤ ਲੱਗਿਆ ਬਾਈ ਹੁਣਾਂ ਦਾ ਅੱਗੇ ਤੇ ਬਾਈ ਗਲਤ ਸੀਗੇ ਜਾਂ ਕੁਝ ਸੀਗਾ, ਤੁਸੀਂ ਕਮੈਂਟ ਕਰਨਾ ਵਾ, ਕਿਉਂਕਿ ਬਾਈ ਆਪਣੇ ਨਾਲ ਦੁਬਾਰਾ ਆਣਗੇ ਹੀ ਆਣਗੇ, ਫਿਰ ਆਪਾਂ ਬਾਈ ਨੂੰ ਫੜ ਲੈਣਾ ਤੇ ਆਪਾਂ ਸਾਰਾ ਕੁਝ ਸੱਚ ਕਹਾ ਲੈਣਾ, ਹਨਾ। ਠੀਕ ਆ ਵੀਰੇ, ਐਗਰੀ ਆ? ਬਿਲਕੁਲ ਬਿਲਕੁਲ ਡਨ ਜੀ। ਹਾਂ, ਆਪਾਂ ਬਾਈ ਨੂੰ ਫਸਾਉਣਾ ਵਾ ਤੇ ਬਾਈ ਨੇ ਨਿਕਲਣ ਦਾ ਹਿਸਾਬ ਜਿਹਾ ਲਾਉਣਾ, ਹਨਾ। ਸੋ ਵੀਰੇ, ਆਹ ਸੀ ਅੱਜ ਦਾ ਪੋਡਕਾਸਟ। ਉਮੀਦ ਕਰਦਾ ਤੁਹਾਨੂੰ ਸਾਡਾ ਪੋਡਕਾਸਟ ਪਸੰਦ ਆਇਆ ਹੋਊਗਾ। ਜਲਦੀ ਮਿਲਦੇ ਇੱਕ ਨਵੇਂ ਪੋਡਕਾਸਟ ਦੇ ਨਾਲ। ਥੈਂਕ ਯੂ।